TV 16 ਟੋਰਾਂਟੋ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ KS ਪਾਲ ਵੱਲੋਂ ਸਤਿ ਸ਼੍ਰੀ ਅਕਾਲ ਜੀ। ਸੋ ਮੈਂ ਹਾਜ਼ਰ ਹਾਂ ਜੀ ਅੱਜ ਤੁਹਾਡੇ ਨਾਲ ਸਪੈਸ਼ਲ ਪ੍ਰੋਗਰਾਮ ਲੈ ਕੇ। ਜਿਸ ਤਰ੍ਹਾਂ ਕਿ ਪੰਜਾਬ ਦੇ ਨਾਲ ਸੰਬੰਧਿਤ ਹਮੇਸ਼ਾ ਹੀ ਅਸੀਂ ਖਾਸ ਟੌਪਿਕ ਦੇ ਉੱਤੇ ਗੱਲਬਾਤ ਕਰਨ ਵਾਸਤੇ ਕਿਸੇ ਨਾ ਕਿਸੇ ਖਾਸ ਸਪੈਸ਼ਲ ਗੈਸਟ ਨੂੰ ਤੁਹਾਡੀ ਨਜ਼ਰ ਜਿਹੜਾ ਹੈ ਉਹ ਕਰਦੇ ਹੈਗੇ ਆ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਿੱਖ ਸਿਆਸਤ ਦੇ ਐਡੀਟਰ ਸਰਦਾਰ ਪਰਮਜੀਤ ਸਿੰਘ ਜੀ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਹੈ ਉਹ ਹਾਜ਼ਰੀ ਲਵਾਉਣਗੇ। ਅਤੇ ਆਓ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਪ੍ਰੋਗਰਾਮ ਦੀ ਜਿਹੜੀ ਹੈ ਸ਼ੁਰੂਆਤ ਕਰਦੇ ਹਾਂ। ਸਰਦਾਰ ਪਰਮਜੀਤ ਸਿੰਘ ਜੀ, ਤੁਹਾਡਾ ਸਵਾਗਤ ਹੈ TV 16 ਟੋਰਾਂਟੋ ਦੇ ਉੱਤੇ। ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਰਦਾਰ ਪਰਮਜੀਤ ਸਿੰਘ ਜੀ, ਜਿੱਦਾਂ ਮੈਂ ਸਟਾਰਟਿੰਗ ਦੇ ਵਿੱਚ ਹੀ ਪ੍ਰੋਗਰਾਮ ਦੇ ਜਿਹੜੀ ਹੈ ਪਹਿਲਾ ਸਵਾਲ ਤੁਹਾਨੂੰ ਕਰਨਾ ਚਾਹਾਂਗਾ ਕਿ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਪਹਿਲੇ ਸਵਾਲ ਤੋਂ ਇੱਥੋਂ ਸ਼ੁਰੂ ਕਰ ਲੈਂਦੇ ਹਾਂ ਕਿ ਜਿੱਦਾਂ ਪਿਛਲੇ ਸਮੇਂ ਦੌਰਾਨ ਆਪਾਂ ਦੇਖਿਆ ਕਿ ਪਿਗਾਸਸ ਨਾਮ ਦੇ ਇੱਕ ਜਿਹੜਾ ਹੈ ਉਹ ਜੰਤਰ ਨੇ ਤਕਰੀਬਨ ਵਕਤ ਪਾ ਦਿੱਤਾ ਦੁਨੀਆ ਭਰ ਦੇ ਵਿੱਚ। ਅਤੇ ਪੰਜਾਬ ਨਾਲ ਸੰਬੰਧਿਤ ਵੀ ਜਿਹੜੇ ਹੈ ਕੁਛ ਮਾਮਲੇ ਜਿਹੜੇ ਨੇ ਜਾਂ ਕੁਛ ਲੋਕਾਂ ਦੇ ਨਾਮ ਜਿਹੜੇ ਨੇ ਉਹ ਨਸ਼ਰ ਹੋਣੇ ਸ਼ੁਰੂ ਹੋਏ। ਅਤੇ ਤੁਸੀਂ ਪਹਿਲਾਂ ਇਸ ਬਾਰੇ ਦੱਸੋ ਕਿ ਇਹ ਹੈ ਕੀ ਚੀਜ਼, ਅਤੇ ਫਿਰ ਆਪਾਂ ਉਸ 'ਤੇ ਅੱਗੋਂ ਜਿਹੜੀ ਹੈ ਗੱਲਬਾਤ ਜਿਹੜੀ ਹੈ ਸ਼ੁਰੂਆਤ ਕਰਦੇ ਹਾਂ ਜੀ। ਜੀ, ਪਿਗਾਸਸ ਦਾ ਜੇ ਤੁਹਾਨੂੰ ਯਾਦ ਹੋਵੇ ਇਹਦਾ ਜ਼ਿਕਰ ਤਕਰੀਬਨ 2 ਸਾਲ ਪਹਿਲਾਂ ਆਇਆ ਸੀਗਾ, ਜਦੋਂ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਜਿਹੜੀ ਇੱਕ ਸੁਨੇਹੇ ਭੇਜਣ ਦੀ ਜੁਗਤ ਹੈਗੀ ਆ WhatsApp, ਵੀ ਉਹਦੇ ਵਿੱਚ ਕੁਛ ਨਾ ਕੁਛ ਇਸ ਤਰ੍ਹਾਂ ਦੀਆਂ ਖਾਮੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਵਰਤ ਕੇ ਕਾਫੀ ਸਾਰੇ ਲੋਕਾਂ ਦੇ ਜਿਹੜੇ ਫੋਨ ਆ ਉਹ ਸਰਕਾਰੀ ਏਜੰਸੀਆਂ ਦੇ ਵੱਲੋਂ ਹੈਕ ਕਰ ਲਏ ਜਾਂਦੇ ਆ। ਉਦੋਂ ਇਹ ਜ਼ਿਕਰ ਆਇਆ ਕਿ ਜਿਹੜਾ ਪਿਗਾਸਸ ਆ ਇਹਦੀ ਵਰਤੋਂ ਕੀਤੀ ਜਾ ਰਹੀ ਹੈ, ਕਿਉਂਕਿ ਇੱਥੇ ਇੰਡੀਆ ਦੇ ਵਿੱਚ ਵੀ ਭੀਮਾ ਕੋਰੇਗਾਂਵ ਜਿਹੜਾ ਮਾਮਲਾ ਸੀਗਾ, ਕੇਸ ਦਰਜ ਹੋਇਆ ਉੱਥੇ UAPA ਦੇ ਤਹਿਤ। ਸੋ ਉਹਦੇ ਵਿੱਚ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੇ ਹਵਾਲੇ ਦੇ ਨਾਲ ਵੀ ਇਹ ਗੱਲ ਆਈ ਵੀ ਜਿਹੜੇ ਇਤਰਾਜ਼ਯੋਗ ਦਸਤਾਵੇਜ਼ਾਂ ਦੇ ਉੱਪਰ ਉਹਨਾਂ ਦੇ ਉੱਪਰ ਇਹ ਅੱਜ ਦੇ ਸਮੇਂ ਦਾ ਟਾਡਾ ਪੋਟਾ ਲਾਇਆ ਵੀ ਹੋ ਸਕਦਾ ਕਿ ਪਿਗਾਸਸ ਦੀ ਵਰਤੋਂ ਕਰਕੇ ਉਹੀ ਉਹਨਾਂ ਦੇ ਫੋਨ ਦੇ ਵਿੱਚ ਸਰਕਾਰੀ ਏਜੰਸੀਆਂ ਦੇ ਵੱਲੋਂ ਹੀ ਰੱਖੇ ਗਏ ਹੋਣ। ਸੋ ਉਦੋਂ ਇਹਦੇ ਸੰਬੰਧ ਵਿੱਚ ਜਾਣਕਾਰੀ ਜਿਹੜੀ ਉਹ ਸਾਹਮਣੇ ਆਈ ਸੀ। ਅਤੇ ਬੇਸਿਕਲੀ ਹੈ ਇਹ ਜੀ ਇੱਕ ਇਜ਼ਰਾਈਲ ਦੀ ਕੰਪਨੀ ਹੈ NSO ਗਰੁੱਪ, ਅਤੇ ਉਹ ਇਹ ਜਸੂਸੀ ਤੰਤਰ ਆਪਾਂ ਇਹਨੂੰ ਕਹਿ ਸਕਦੇ ਹਾਂ ਪਿਗਾਸਸ ਨੂੰ, ਉਹਨੂੰ ਤਿਆਰ ਕਰਦੇ ਨੇ ਅਤੇ ਉਹਨੂੰ ਸਰਕਾਰਾਂ ਨੂੰ ਜਾਂ ਸਰਕਾਰੀ ਏਜੰਸੀਆਂ ਨੂੰ ਵੀ ਵੇਚਦੇ ਆ। ਜੋ ਉਸ ਗਰੁੱਪ ਦਾ ਦਾਅਵਾ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਇਹ ਸਿਰਫ ਸਰਕਾਰੀ ਏਜੰਸੀਆਂ ਨੂੰ ਦਿੰਦੇ ਹਾਂ, ਅਤੇ ਉਹਦੇ ਵਿੱਚ ਦੁਨੀਆ ਦੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਰਕਾਰਾਂ ਦੇ ਨਾਂ ਸਾਹਮਣੇ ਆਏ ਆ, ਜਿੱਦਾਂ ਮੈਕਸੀਕੋ ਦਾ ਆਇਆ ਜਾਂ ਕੁਛ ਅਰਬ ਮੁਲਕਾਂ ਦੇ ਵੀ ਆਏ, ਇੰਡੀਆ ਦਾ ਵੀ ਨਾਂ ਉਹਦੇ ਵਿੱਚ ਆਇਆ ਆ ਕਿ ਇਹਨਾਂ ਦੇ ਵੱਲੋਂ ਉਹ ਜਸੂਸੀ ਤੰਤਰ ਜਿਹੜਾ ਕਿ ਬਹੁਤ ਜ਼ਿਆਦਾ ਮਹਿੰਗਾ ਆ ਉਹਨੂੰ ਖਰੀਦਿਆ ਜਾਂਦਾ ਅਤੇ ਉਹਦੇ ਰਾਹੀਂ ਫਿਰ ਲੋਕਾਂ ਦੇ ਫੋਨਾਂ ਦੇ ਉੱਪਰ ਜਾਸੂਸੀ ਜਿਹੜੀ ਹੈ ਉਹ ਕੀਤੀ ਜਾਂਦੀ ਹੈ। ਅਤੇ ਇਹ ਆਮ ਹੈਕਿੰਗ ਦੇ ਨਾਲੋਂ ਕਾਫੀ ਜ਼ਿਆਦਾ ਵੱਖਰੀ ਆ ਔਰ ਬਹੁਤ ਹੀ ਜ਼ਿਆਦਾ ਗੰਭੀਰ ਤਰ੍ਹਾਂ ਦੀ ਹੈ। ਹੁਣ ਜਿਹੜੀ ਗੱਲ ਇਸ ਸੰਬੰਧ ਦੇ ਵਿੱਚ ਸਾਹਮਣੇ ਆਈ ਹੈ ਉਹ ਜ਼ਿਆਦਾ ਇੱਕ ਡਾਟਾਬੇਸ ਲੀਕ ਹੋਇਆ ਸੀ ਜਿਹਦੇ 'ਚ 50,000 ਦੇ ਕਰੀਬ ਨੰਬਰ ਸੀਗੇ ਜਿਹੜੇ ਕਿ ਪੋਟੈਂਸ਼ੀਅਲ ਟਾਰਗੇਟ ਸੀਗੇ। ਸੋ ਉਹਦੇ ਸੰਬੰਧ ਦੇ ਵਿੱਚ ਇੱਕ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲੀ ਆ, ਅਤੇ ਉਸ ਤੋਂ ਬਾਅਦ ਦੇ ਵਿੱਚ ਇਹਦੇ 'ਚ ਜ਼ਿਆਦਾ ਕਾਫੀ ਸੰਗੀਨ ਤੱਥ ਜਿਹੜੇ ਆ ਉਹ ਸਾਹਮਣੇ ਆਏ ਆ। ਇਸੇ ਕਰਕੇ ਇਹਦੀ ਚਰਚਾ ਹੁਣ ਬਹੁਤ ਜ਼ਿਆਦਾ ਹੋ ਰਹੀ ਹੈ ਜੀ। ਸੋ ਤੁਹਾਡੀ ਨਜ਼ਰ ਦੇ ਵਿੱਚ ਜਿੱਦਾਂ ਕਿ ਤੁਸੀਂ ਇਹਦਾ ਜ਼ਿਕਰ ਕੀਤਾ ਹੈਗਾ ਪਹਿਲਾਂ ਵੀ, ਅਤੇ ਆਪਾਂ ਚਲੋ ਸਾਰੀ ਦੁਨੀਆ ਦੇ ਨਾਲ ਸੰਬੰਧਿਤ ਤਾਂ ਇਹ ਚੀਜ਼ ਹੈਗੀ ਆ। ਪੰਜਾਬ ਵਿੱਚੋਂ ਕੁਛ ਨਾਮ ਜਿਹੜੇ ਸੀਗੇ ਉਹ ਜਿਹੜੇ ਨੇ ਉਹ ਤਕਰੀਬਨ ਸਾਡੇ ਸਾਹਮਣੇ ਆਏ ਨੇ। ਕੁਛ ਉਹਨਾਂ ਦੇ ਬਾਰੇ ਵੀ ਚਾਨਣਾ ਪਾ ਦਿਓ, ਕਿਉਂਕਿ ਜਿੰਨੇ ਕੁ ਆਏ ਨੇ ਉਹਨਾਂ ਦਾ ਤਾਂ ਠੀਕ ਆ, ਪਰ ਇਸ ਤੋਂ ਇਲਾਵਾ ਪਤਾ ਨਹੀਂ ਕਿੰਨੀ ਕੁ ਲੰਬੀ ਲਿਸਟ ਹੋਏਗੀ, ਕਿਉਂਕਿ ਜਦੋਂ ਅਸੀਂ ਪੰਥਕ ਕਾਰਜ ਕਰਦੇ ਹਾਂ ਜਾਂ ਪੰਥ ਦੇ ਨਾਲ ਜਾਂ ਜਿਹੜੀ ਕੌਮ ਜਿਹੜੀ ਆ ਉਹ ਸਟਰਗਲ ਕਰ ਰਹੀ ਹੋਵੇ, ਆਪਣੇ ਹੱਕ ਹਕੂਕ ਲਈ ਲੜ ਰਹੀ ਹੋਵੇ, ਅਤੇ ਜਦੋਂ ਸਰਕਾਰਾਂ ਦੇ ਨਾਲ ਮੱਥੇ ਲਾਏ ਜਾਂਦੇ ਨੇ ਅਤੇ ਫਿਰ ਜਦੋਂ ਵੀ ਕੋਈ ਉਹਦੇ ਸੰਬੰਧ ਦੇ ਵਿੱਚ ਕੁਛ ਵੀ ਬੋਲਦਾ ਤਾਂ ਸਰਕਾਰਾਂ ਜਿਹੜੀਆਂ ਨੇ ਜਾਂ ਉਹਨਾਂ ਦੀਆਂ ਏਜੰਸੀਆਂ ਜਿਹੜੀਆਂ ਨੇ ਉਹ ਛੋਟੇ ਤੋਂ ਲੈ ਕੇ ਵੱਡੇ ਪਲੇਟਫਾਰਮ ਤੱਕ ਇਸ ਨੂੰ ਜਿਹੜਾ ਹੈ ਯੂਜ਼ ਕਰਦੀਆਂ ਨੇ। ਤੋ ਤੁਹਾਡੇ ਜਾਣਕਾਰੀ ਮੁਤਾਬਕ ਕਿੰਨੇ ਕੁ ਨਾਮ ਪੰਜਾਬ ਦੇ ਵਿੱਚੋਂ ਇਸ ਟਾਈਮ ਦੇ ਉੱਤੇ ਜਿਹੜੇ ਨੇ ਉਹ ਸਾਹਮਣੇ ਆ ਸਕੇ ਨੇ ਜੀ? ਦੇਖੋ, ਮੁੱਢਲੇ ਤੌਰ ਦੇ ਉੱਪਰ ਜਿਹੜੇ ਨਾਂ ਤਾਂ ਹੁਣ, ਕਿਉਂਕਿ ਇਹ ਇੱਕ ਕਾਫੀ ਇੰਟਰਨੈਸ਼ਨਲ ਲੈਵਲ ਦੀ ਇਨਵੈਸਟੀਗੇਸ਼ਨ ਸੀਗੀ, ਫੋਰਬਿਡਨ ਸਟੋਰੀਜ਼ ਜਿਹੜੀ ਫਰਾਂਸ ਦੀ
ਇੱਕ ਕਹਿ ਲਓ ਕਿ ਨਾਨ ਪ੍ਰੋਫਿਟ ਜਰਨਲਿਜ਼ਮ ਦੀ ਸੰਸਥਾ ਹੈਗੀ, ਉਹ ਕੋਆਰਡੀਨੇਟ ਕਰ ਰਹੇ ਸੀਗੇ। ਇਹਦੇ 'ਚ ਵਾਸ਼ਿੰਗਟਨ ਪੋਸਟ, ਗਾਰਡੀਅਨ, ਇੰਡੀਆ ਦੇ ਵਿੱਚੋਂ ਦਾ ਵਾਇਰ ਸ਼ਾਮਲ ਸੀ, ਤੇ ਐਮਨੈਸਟੀ ਇੰਟਰਨੈਸ਼ਨਲ ਦੀ ਜਿਹੜੀ ਫੋਰੈਂਸਿਕ ਸਿਕਿਉਰਿਟੀ ਦੀ ਲੈਬ ਹੈਗੀ ਹੈ ਉਹ ਵੀ ਇਹਦੇ ਵਿੱਚ ਸ਼ਾਮਲ ਸੀਗੇ। ਸੋ ਉਹਨਾਂ ਦੇ ਵੱਲੋਂ ਸਾਨੂੰ ਤਕਰੀਬਨ ਕਹਿ ਲਓ ਕਿ 1.5 ਮਹੀਨਾ ਪਹਿਲਾਂ ਇਸ ਚੀਜ਼ ਦੀ ਜਾਣਕਾਰੀ ਮਿਲੀ ਸੀ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਕੁਛ ਇੱਕ ਬੰਦਿਆਂ ਦੇ ਨਾਲ ਵਾਇਰ ਵਾਲਿਆਂ ਨੇ ਸੰਪਰਕ ਕੀਤਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਹਾਡੇ ਜਿਹੜੇ ਫੋਨ ਆ ਇਹ ਗਵਰਨਮੈਂਟ ਏਜੰਸੀਜ਼ ਦੇ ਵੱਲੋਂ ਹੈਕ ਕੀਤੇ ਗਏ ਆ, ਔਰ ਅਸੀਂ ਐਮਨੈਸਟੀ ਇੰਟਰਨੈਸ਼ਨਲ ਦੇ ਨਾਲ ਰਲ ਕੇ ਇੱਕ ਇਨਵੈਸਟੀਗੇਸ਼ਨ ਕਰ ਰਹੇ ਹਾਂ। ਅਸੀਂ ਤੁਹਾਡੇ ਫੋਨ ਨੂੰ ਆਪਣੇ ਕੰਪਿਊਟਰ ਡਿਵਾਈਸ ਦੇ ਨਾਲ ਜੋੜਾਂਗੇ, ਉਸ ਤੋਂ ਬਾਅਦ ਦੇ ਵਿੱਚ ਉਹ ਸਿਕਿਉਰ ਵੇ ਦੇ ਨਾਲ ਐਮਨੈਸਟੀ ਇੰਟਰਨੈਸ਼ਨਲ ਦੀ ਜਿਹੜੀ ਸਾਈਬਰ ਫੋਰੈਂਸਿਕ ਲੈਬ ਹੈਗੀ ਆ ਉਹਦੇ ਨਾਲ ਕਨੈਕਟ ਹੋਊਗਾ, ਤੇ ਉਹਦੇ ਉੱਪਰ ਕੁਝ ਤੁਹਾਡੇ ਫੋਨ ਦੇ ਉੱਪਰ ਟੈਸਟ ਰਨ ਕਰਨਗੇ, ਜਿਸ ਤੋਂ ਬਾਅਦ ਅਸੀਂ ਇਸ ਗੱਲ ਦਾ ਕੰਟਰੋਲ ਕਰਾਂਗੇ ਜਾਂ ਇਹ ਨਤੀਜਾ ਕੱਢਣ ਦੀ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਫੋਨ ਹੈਕ ਹੋਇਆ ਜਾਂ ਉਹਦੇ 'ਚ ਉਸ ਪਿਗਾਸਸ ਦੇ ਟ੍ਰੇਸਿਸ ਮਿਲਦੇ ਆ ਜਾਂ ਨਹੀਂ ਮਿਲਦੇ। ਉਹਦੇ ਵਿੱਚ ਜੋ ਸਾਨੂੰ ਜਾਣਕਾਰੀ ਮਿਲੀ ਆ ਉਹਦੇ 'ਚ ਜਿਸ ਤਰ੍ਹਾਂ ਜਸਪਾਲ ਸਿੰਘ ਹੇਰਾ ਹੋਣਾ ਦਾ ਤਾਂ ਕਨਫਰਮਡ ਹੀ ਹੋ ਗਿਆ, ਉਹਨਾਂ ਦਾ ਨਾਂ ਉਸ ਲਿਸਟ ਦੇ ਵਿੱਚ ਆ ਗਿਆ ਕਿ ਜਿਨ੍ਹਾਂ ਨੂੰ ਟਾਰਗੇਟ ਕੀਤਾ ਗਿਆ ਸੀ। ਜਰਨਲਿਸਟਾਂ ਦੇ ਵਿੱਚੋਂ ਭੁਪਿੰਦਰ ਸਿੰਘ ਸੱਜਣ ਜਿਹੜੇ ਹੁਸ਼ਿਆਰਪੁਰ ਤੋਂ ਆਪਣਾ ਸਾਂਝਾ ਪੰਜਾਬ ਟੀਵੀ ਤੇ ਵੈਬ ਟੀਵੀ ਦੇ ਹੈਗੇ ਆ ਜਰਨਲਿਸਟ, ਉਹਨਾਂ ਦਾ ਨਾਂ ਆ ਗਿਆ। ਉਸ ਤੋਂ ਇਲਾਵਾ ਵਕੀਲਾਂ ਦੇ ਵਿੱਚੋਂ ਜਸਪਾਲ ਸਿੰਘ ਮੰਝਪੁਰ ਦਾ ਨਾਂ ਸਾਨੂੰ ਪਤਾ ਹੈ ਕਿ ਉਹਦੇ ਵਿੱਚ ਸ਼ਾਮਲ ਸੀਗਾ। ਉਸ ਤੋਂ ਇਲਾਵਾ ਵਕੀਲ ਅਮਰ ਸਿੰਘ ਚਾਹਲ ਹੋਣਾ ਦਾ ਸੀਗਾ। ਸੋ ਇੱਕ ਇਹ ਹੈ ਕਿ ਇਹ ਸਾਰੇ ਹੀ ਲਗਭਗ ਇਹ ਗੱਲ ਜਿੰਨੀ ਵੀ ਇਨਵੈਸਟੀਗੇਸ਼ਨ ਸਾਹਮਣੇ ਆਈ ਵਾਰ-ਵਾਰ ਇਹ ਗੱਲ ਲਿਖਦੇ ਆ ਕਿ ਇਹ ਪੋਟੈਂਸ਼ੀਅਲ ਟਾਰਗੇਟਸ ਨੇ ਕਿ ਜਿਨ੍ਹਾਂ ਨੂੰ ਟਾਰਗੇਟ ਕੀਤਾ ਹੋ ਸਕਦਾ ਆ। ਕਨਫਰਮ ਲਿਸਟ ਦੇ ਵਿੱਚ ਉਹ ਉਹਨਾਂ ਨੂੰ ਹੀ ਪਾਉਂਦੇ ਆ ਕਿ ਜਿਨ੍ਹਾਂ ਦੇ ਫੋਨ ਦੀ ਉਹਨਾਂ ਨੇ ਫੋਰੈਂਸਿਕ ਜਾਂਚ ਕੀਤੀ, ਕਿਉਂਕਿ ਜਿੰਨੇ ਬੰਦਿਆਂ ਨੂੰ ਉਹਨਾਂ ਨੇ ਅਪਰੋਚ ਕੀਤਾ ਸਾਰਿਆਂ ਨੇ ਆਪਣੇ ਫੋਨ ਜਿਹੜੇ ਆ ਉਹਨਾਂ ਦੀ ਫੋਰੈਂਸਿਕ ਜਾਂਚ ਵੀ ਨਹੀਂ ਕਰਵਾਈ। ਜਿਨ੍ਹਾਂ ਨੇ ਕਰਵਾਈ ਉਹਨਾਂ ਦੇ ਵਿੱਚੋਂ ਵੀ ਕੁਛ ਇੱਕ ਡਿਵਾਈਸਿਸ ਜਿਹੜੀਆਂ ਆ, ਕਿਉਂਕਿ ਜਿਸ ਸਮੇਂ ਪਾਰਟੀਕੂਲਰ ਟਾਈਮ ਦੇ ਵਿੱਚ ਉਹਨਾਂ ਦਾ ਨਾਂ ਆਇਆ ਸੀਗਾ ਉਸ ਲਿਸਟ ਦੇ ਵਿੱਚ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਫੋਨ ਹੀ ਬਦਲ ਲਿਆ ਕਿਸੇ ਵੀ ਕਾਰਨ ਕਰਕੇ, ਹਨਾ। ਸੋ ਜਦੋਂ ਡਿਵਾਈਸ ਹੀ ਬਦਲ ਗਈ ਤਾਂ ਉਹਦੇ 'ਚ ਟਰੇਸ ਮਿਲਣ ਦੇ ਕੋਈ ਆਸਾਰ ਨਹੀਂ ਸੀਗੇ। ਕੁਛ ਇੱਕ ਇਹ ਵੀ ਗੱਲ ਜ਼ਿਆਦਾ ਸਾਹਮਣੇ ਆਈ ਹੈ ਕਿ ਜਿਹੜਾ ਐਂਡਰੋਇਡ ਹੈ ਉਹਦੇ ਵਿੱਚ ਲੌਕਸ ਜਿਹੜੇ ਆ ਉਹ ਇੰਨੇ ਸਟੀਕ ਤਰੀਕੇ ਨਾਲ ਨਹੀਂ ਬਣਦੇ ਕਿ ਉਹਦੇ ਵਿੱਚ ਜਿਹੜੇ ਟਰੇਸਿਸ ਆ ਉਹ ਮਿਲਣ ਦੇ ਆਸਾਰ ਘਟ ਜਾਂਦੇ ਆ। ਆਈਫੋਨ ਦੇ ਵਿੱਚ ਉਹ ਦੱਸਦੇ ਆ ਕਿ ਜਿਹੜੀ ਇਨਵੈਸਟੀਗੇਸ਼ਨ ਦੇ ਤੱਤ ਉਹਨਾਂ ਨੇ ਸਾਹਮਣੇ ਰੱਖੇ ਉਹਦੇ 'ਚ ਉਹਨਾਂ ਨੇ ਕਿਹਾ ਕਿ ਆਈਫੋਨ ਦੇ ਵਿੱਚ ਜਿਹੜਾ ਕਨਫਰਮ ਕਰਨਾ ਆ ਉਹ ਆਸਾਨ ਹੈ ਕਿ ਫੋਨ ਜਿਹੜਾ ਆ ਉਹਦਾ ਆਪਰੇਟਿੰਗ ਸਿਸਟਮ ਹੈਕ ਕੀਤਾ ਗਿਆ ਸੀਗਾ ਜਾਂ ਨਹੀਂ ਕੀਤਾ ਗਿਆ ਸੀ। ਇੱਕ ਹੈ ਕਿ ਥੋੜੇ ਸਮੇਂ ਦੇ ਪਿੱਛੇ ਪਾਉਣ ਦਾ ਇਹ ਵੀ ਹੈਗਾ ਕਿ ਜਿਹੜੀਆਂ ਇਹ ਡਿਵਾਈਸਿਸ NSO ਦੇ ਵੱਲੋਂ ਵੇਚੀਆਂ ਜਾਂਦੀਆਂ ਨੇ ਉਹਨਾਂ ਦੀ ਕੈਪੈਸਿਟੀ ਬਹੁਤ ਲਿਮਟਿਡ ਹੁੰਦੀ ਆ ਤੇ ਕੋਸਟ ਜਿਹੜੀ ਆ ਉਹਨਾਂ ਦੀ ਉਹ ਬਹੁਤ ਜ਼ਿਆਦਾ ਹੈਗੀ ਆ। ਜਿੱਦਾਂ 2016 ਦੀ ਜਿਹੜੀ ਪ੍ਰਾਈਸ ਲਿਸਟ ਇਹਨਾਂ ਦੀ ਆਪਣਾ ਨਿਊਯਾਰਕ ਟਾਈਮਜ਼ ਨੇ ਦੱਸਿਆ ਕਿ NSO ਦੇ ਪਿਗਾਸਸ ਦੀ ਜਿਹੜੀ ਪ੍ਰਾਈਸ ਲਿਸਟ ਆ ਉਹਦੇ ਵਿੱਚ 10 ਡਿਵਾਈਸਿਸ ਦੇ ਵਿੱਚ ਘੁਸਪੈਠ ਕਰਨ ਦਾ ਜਾਂ 10 ਫੋਨਾਂ ਦੇ ਵਿੱਚ ਜਸੂਸੀ ਕਰਨ ਦਾ ਜਿਹੜਾ ਉਹਦਾ ਖਰਚਾ ਸੀਗਾ ਉਹ $6,50,000 ਸੀਗਾ, ਤੇ ਪਲੱਸ $5 ਲੱਖ ਉਸ ਮਸ਼ੀਨ ਦੀ ਜਿਹੜੀ ਹੈ ਉਹ ਇੰਸਟਾਲੇਸ਼ਨ ਦੀ ਫੀਸ ਹੈ। ਫਿਰ ਉਸ ਤੋਂ ਇਲਾਵਾ ਜੇਕਰ ਤੁਸੀਂ ਮੰਨ ਲਓ ਕਿ ਆਪਣੇ ਆਈਫੋਨ ਕਰਨੇ ਨੇ ਤੇ 10 ਆਈਫੋਨਾਂ ਦਾ ਮਤਲਬ $6,50,000 ਹੈ, 10 ਐਂਡਰੋਇਡ ਫੋਨਾਂ ਦਾ 5 ਲੱਖ ਹੈ, ਜੇ ਬਲੈਕਬੇਰੀ ਦਾ ਕਰਨਾ ਆ ਤੇ ਉਹਦੇ ਵਿੱਚ 5 ਦਾ 3 ਲੱਖ ਹੈ। ਇਸੇ ਤਰ੍ਹਾਂ ਹੀ ਜੇ ਸਿਮਿਅਨ ਦੇ ਜਿਹੜੇ ਫੋਨ ਹੈਗੇ ਉਹ ਕਰਨੇ ਆ ਤੇ ਉਹਦੇ ਵਿੱਚ 3 ਲੱਖ ਜਿਹੜੇ ਆ ਉਹ 5 ਫੋਨਾਂ ਦਾ ਹੈਗਾ। ਫਿਰ ਇਹ ਹੈ ਕਿ ਜੇ ਤੁਸੀਂ ਵਧਾਉਣੇ ਆ ਉਹਨੂੰ 50 ਐਕਸਟਰਾ ਟਾਰਗੇਟ ਤੁਸੀਂ ਲੈਣੇ ਆ ਤੇ ਉਹਦਾ ਤੁਹਾਨੂੰ $5 ਲੱਖ ਐਕਸਟਰਾ ਪੇ ਕਰਨਾ ਪਊਗਾ। ਸੋ ਇਸ ਤਰੀਕੇ ਦੇ ਨਾਲ ਇਹ ਸਾਰਾ ਹੈਗਾ। ਔਰ ਇਹ ਜਿਹੜੀ ਪ੍ਰਾਈਸ ਲਿਸਟ ਵੀ ਇਸ ਅਖਬਾਰ ਨੇ ਨਸ਼ਰ ਕੀਤੀ ਹੈ ਉਹ ਪੁਰਾਣੇ ਵਰਸ਼ਨ ਦੀ ਹੈ ਜਿੱਥੇ ਟਾਰਗੇਟ ਦੇ ਲੈਵਲ ਦੇ ਉੱਪਰ ਕੁਛ ਨਾ ਕੁਛ ਕਾਰਵਾਈ ਦੀ ਲੋੜੀਂਦੀ ਹੁੰਦੀ ਸੀ ਕਿ ਤੁਹਾਨੂੰ ਮੈਸੇਜ ਆਇਆ, ਤੁਸੀਂ ਕਲਿੱਕ ਕਰ ਲਿਆ, ਤੁਹਾਨੂੰ ਕਿਸੇ ਸਸਪੀਸ਼ੀਅਸ ਨੰਬਰ ਤੋਂ ਕਾਲ ਆਈ, ਤੁਸੀਂ ਉਹ ਚੱਕ ਲਈ ਤੇ ਉਸ ਤੋਂ ਬਾਅਦ ਡਾਟਾ ਪੈਕੇਟ ਇੰਸਟਾਲ ਹੋ ਗਿਆ, ਵੀ ਕੁਛ ਨਾ ਕੁਛ, ਜਾਂ ਤੁਹਾਨੂੰ ਈਮੇਲ ਦੇ ਵਿੱਚ ਕੋਈ ਲਿੰਕ ਆਇਆ ਤੁਸੀਂ ਉਹ ਖੋਲ ਲਿਆ, ਤੁਹਾਡੇ ਐਂਡ ਦੇ ਉੱਪਰ ਕੁਛ ਨਾ ਕੁਛ ਕਰਨ ਦੀ ਲੋੜ ਪੈਂਦੀ ਸੀ। ਪਰ ਹੁਣ ਜਿਹੜੇ ਆ ਹੁਣ ਜਿਹੜੀ ਲੇਟੈਸਟ ਟੈਕਨੋਲੋਜੀ ਹੈ ਇਹਨਾਂ ਦੀ ਉਹਨੂੰ ਜ਼ੀਰੋ ਕਲਿੱਕ ਐਬਿਲਿਟੀਜ਼ ਕਹਿੰਦੇ ਆ ਜਾਂ ਜ਼ੀਰੋ ਕਲਿੱਕ ਹੈਕ। ਉੱਥੇ ਜਿਹੜਾ ਟਾਰਗੇਟ ਆ ਉਹਦੇ ਐਂਡ ਦੇ ਉੱਪਰ ਕੁਛ ਵੀ ਕਰਨ ਦੀ ਲੋੜ ਨਹੀਂ ਹੈਗੀ, ਉਹ ਸਿੱਧਾ ਜਿਹੜਾ ਆ ਉਹਨੂੰ ਕਰ ਸਕਦੇ। ਔਰ ਜ਼ਾਹਰ ਜੀ ਗੱਲ ਹੈ ਕਿ ਉਹਦੀ ਕਾਸਟ ਜਿਹੜੀ ਆ ਉਹ ਜ਼ਿਆਦਾ ਹੋਊਗੀ। ਸੋ ਇਹ ਥੋੜੇ ਸਮੇਂ ਦੇ ਵਾਸਤੇ ਬੰਦਿਆਂ ਨੂੰ ਰੱਖਦੇ ਸੀਗੇ ਤੇ ਇਸ ਡਾਟਾਬੇਸ ਦੇ ਆਧਾਰ ਦੇ ਵਿੱਚ ਹੀ ਹੋਇਆ। ਪੰਜਾਬ ਦੇ ਵਿੱਚ 2 ਨਾਂ ਤਾਂ ਕਨਫਰਮ ਹੋਏ, ਉਸ ਤੋਂ ਇਲਾਵਾ ਵੀ ਜਿਹੜੇ ਨਾਂ ਜਿਸ ਤਰ੍ਹਾਂ ਮੈਂ ਦੱਸਿਆ ਆ ਉਹ ਇਹਦੇ ਵਿੱਚ ਸ਼ਾਮਲ ਸੀਗੇ। ਜੀ, ਸੋ ਇਹ ਸਮਝਿਆ ਜਾਵੇ ਕਿ ਸਭ ਤੋਂ ਇਹ ਖਤਰਨਾਕ ਹੈ ਕਿਉਂਕਿ ਜਿਹਦੀ
ਕੋਈ ਲਿੰਕ ਨਹੀਂ ਆਉਂਦਾ, ਕਿਉਂਕਿ ਜੇ ਆਪਾਂ ਬਾਕੀ ਆਪਾਂ ਚੈੱਕ ਵੀ ਕਰਦੇ ਹੈਗੇ ਆ ਤਾਂ ਜਦੋਂ ਆਪਾਂ ਅਲੱਗ-ਅਲੱਗ ਇੰਟਰਨੈਟ ਦੇ ਉੱਤੇ ਚੈੱਕ ਕਰਦੇ ਆ ਤਾਂ $10 ਤੋਂ ਜਿਹੜੇ ਆ ਨੋਰਮਲ ਲੋਕ ਕਿਸੇ ਦੀ ਕੋਈ ਇਨਵੈਸਟੀਗੇਸ਼ਨ ਕਰਨੀ ਆ ਜਾਂ ਕਿਸੇ ਦੀ ਕੋਈ ਖੁਫੀਆ ਜਾਣਕਾਰੀ ਲੈਣੀ ਆ ਤਾਂ ਉਹਦੇ ਵਾਸਤੇ ਉਹ $10 ਤੋਂ ਤਕਰੀਬਨ ਸ਼ੁਰੂ ਹੋ ਜਾਂਦੇ ਆ। ਪਰ ਜਿਸ ਹਿਸਾਬ ਨਾਲ ਤੁਸੀਂ ਕਾਸਟ ਦੱਸੀ ਆ, ਇਹਦੀ ਕਾਸਟ ਵੀ ਬਹੁਤ ਜ਼ਿਆਦਾ, ਔਰ ਜਿਹੜਾ ਲੁਕਵੇਂ ਤੌਰ ਦੇ ਉੱਤੇ ਮਾਰ ਕਰਦਾ, ਇਹ ਤਾਂ ਬਹੁਤ ਜ਼ਿਆਦਾ ਖਤਰਨਾਕ ਹੈਗਾ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਵਿੱਚ ਉਹ ਜਿਹੜਾ ਫੋਨ ਜਿਹੜਾ ਹੈਗਾ ਉਹ ਕੋਈ ਸਾਡੀ ਇਨਵੈਸਟੀਗੇਸ਼ਨ ਕਰ ਰਿਹਾ। ਸੋ ਇਹ ਸਭ ਤੋਂ ਖਤਰਨਾਕ ਹੈਗਾ। ਸੋ ਇਹਦੇ ਕਰਕੇ ਹੁਣ ਇਹ ਡਿਪੈਂਡ ਕਰਦਾ ਕਿ ਹਰ ਕੰਟਰੀ ਦੀ ਜਿਹੜੀ ਏਜੰਸੀ ਹੈਗੀ ਆ ਉਹ ਜਦੋਂ NSO ਜਦੋਂ ਇਹਨਾਂ ਨੂੰ ਸੇਲ ਕਰਦਾ, ਕੋਈ ਇਹਨਾਂ ਦੇ ਉੱਤੇ ਕੋਈ ਪਾਬੰਦੀ ਵੀ ਲਾਉਂਦਾ ਕਿ ਤੁਸੀਂ ਇਹਨਾਂ ਨੂੰ ਕਾਹਦੇ ਵਾਸਤੇ ਯੂਜ਼ ਕਰਨਾ, ਜਾਂ ਹਿਊਮਨ ਰਾਈਟਸ ਨੂੰ ਕੋਈ ਉਹ ਮੱਦੇ ਨਜ਼ਰ ਰੱਖਦੇ ਨੇ ਕਿ ਜਾਂ ਜਿਸ ਤਰ੍ਹਾਂ ਦੇ ਕੋਈ ਦੇਸ਼ ਦੇ ਆਪਣੇ ਰੂਲਸ ਨੇ ਉਹਨਾਂ ਮੁਤਾਬਕ ਉਹ ਯੂਜ਼ ਕਰ ਲਈ। ਕਿਉਂਕਿ ਜਿਹੜਾ ਖਰੀਦਦਾਰ ਆ ਉਹਨੇ ਚੀਜ਼ ਖਰੀਦ ਲਈ, ਪਿਸਤੌਲ ਕਿਸੇ ਨੇ ਖਰੀਦ ਲਈ, ਬੰਬ ਕਿਸੇ ਨੇ ਖਰੀਦ ਲਿਆ, ਉਹ ਉਸ ਤੋਂ ਬਾਅਦ ਕਿਸ ਹਿਸਾਬ ਨਾਲ ਉਹਨੇ ਚਲਾਉਣਾ, ਕਿੱਥੇ ਚਲਾਉਣਾ, ਇਹ ਉਹਦੀ ਮਰਜ਼ੀ ਹੋ ਜਾਂਦੀ ਆ ਕਿ ਜਾਂ ਇਹਨਾਂ ਦੇ ਉੱਤੇ ਕੋਈ ਕਿਸੇ ਕਿਸਮ ਦੀ ਕੋਈ ਪਾਬੰਦੀ ਜਾਂ ਕੋਈ ਰੂਲਸ ਐਂਡ ਰੈਗੂਲੇਸ਼ਨ ਵਰਲਡ ਵਾਈਡ ਕੋਈ ਲਾਗੂ ਹੁੰਦੇ ਨੇ ਜਾਂ ਨਹੀਂ ਹੁੰਦੇ। ਕੋਈ ਇਹਦੇ ਬਾਰੇ ਜਾਣਕਾਰੀ ਨਿਕਲ ਕੇ ਬਾਹਰ ਆਈ ਆ ਜੀ? ਦੇਖੋ, NSO ਦੇ ਵੱਲੋਂ ਜਿਹੜੀ ਸਫਾਈ ਦਿੱਤੀ ਜਾਂਦੀ ਉਹ ਇਹੀ ਕਹਿੰਦੇ ਵੀ ਅਸੀਂ ਤਾਂ ਸਿਰਫ ਸਰਕਾਰਾਂ ਨੂੰ ਦਿੰਦੇ ਆ, ਤੇ ਦਿੰਦੇ ਇਸ ਕਰਕੇ ਆ ਵੀ ਦੁਨੀਆ ਜਿਹੜੀ ਆ, ਦੁਨੀਆ ਨੂੰ ਬਹੁਤ ਜ਼ਿਆਦਾ ਖਤਰਾ ਆ, ਇੱਥੇ ਬਹੁਤ ਸਾਰੇ ਦੁਨੀਆ ਨੂੰ ਖਤਰਾ ਪੈਦਾ ਕਰਨ ਵਾਲੇ ਲੋਕ ਹੈਗੇ ਆ, ਵੀ ਸਰਕਾਰਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਬਚਾ ਸਕਣ, ਇਸ ਵਾਸਤੇ ਅਸੀਂ ਦਿੰਦੇ ਆ ਕਿ ਜਿਹੜੇ ਕੋਈ ਮੰਨ ਲਓ ਕਿ ਸੋ ਕਾਲ ਟੈਰਰਿਸਟ ਗਰੁੱਪ ਨੇ ਜਾਂ ਹੋਰ ਨੇ, ਉਹ ਕਹਿੰਦੇ ਵੀ ਉਹਨਾਂ ਦੇ ਉੱਪਰ ਹੀ ਉਹ ਕਰਨ ਦੇ ਵਾਸਤੇ ਆ, ਇਹਦੇ ਨਾਲ ਲੋਕਾਂ ਦੀ ਜਾਨ ਬਚਦੀ ਹੈ। ਪਰ ਜੇ ਇਸ ਹਿਸਾਬ ਦੇ ਨਾਲ ਹੁਣ ਮਤਲਬ ਸਾਹਮਣੇ ਆਇਆ, ਤੁਸੀਂ ਜਿਹੜਾ ਮੈਕਸੀਕੋ ਹੈ, ਮੈਕਸੀਕੋ ਦੀ ਸਰਕਾਰ ਨੇ $61 ਮਿਲੀਅਨ ਖਰਚ ਕੀਤੇ ਪਿਗਾਸਸ ਦੇ ਉੱਪਰ ਆਪਦੇ ਪੋਲੀਟੀਕਲ ਓਪੋਨੈਂਟਸ ਦੀ ਜਸੂਸੀ ਕਰਨ ਦੇ ਵਾਸਤੇ ਜੀ। ਇਹ ਜਿਹੜੀ ਆ ਮਤਲਬ ਗੱਲ ਹੁਣ ਦੁਨੀਆ ਦੇ ਸਾਹਮਣੇ ਜਿਹੜੀ ਉਹ ਨਸ਼ਰ ਹੋ ਕੇ ਸਾਹਮਣੇ ਆ ਚੁੱਕੀ ਹੈ। ਉਸ ਤੋਂ ਇਲਾਵਾ ਜਿਹੜੇ ਮੰਨ ਲਓ ਅਖਬਾਰਾਂ ਦੇ ਪੱਤਰਕਾਰ ਨੇ, ਕੋਈ ਆਪਦੇ ਨਿਊਜ਼ ਪੇਪਰ ਚਲਾਉਂਦੇ ਆ, ਜਾਂ ਕੋਈ ਵਕੀਲ ਨੇ ਜਿਹੜੇ ਬੰਦੀ ਸਿੰਘਾਂ ਦੇ ਕੇਸ ਲੜਦੇ ਆ, ਵੀ ਉਹਨਾਂ ਤੋਂ ਐਸਾ ਕਿਹੜਾ ਦੁਨੀਆ ਨੂੰ ਖਤਰਾ ਹੋਇਆ ਆ? ਜਿਹੜੇ ਬੰਦੇ ਇੱਕ ਕਾਨੂੰਨ ਦੇ ਮੁਤਾਬਕ ਅਖਬਾਰ ਚਲਾ ਰਹੇ ਆ, ਕਾਨੂੰਨ ਦੇ ਮੁਤਾਬਕ ਲੀਗਲ ਸਿਸਟਮ ਦੇ ਵੱਲੋਂ ਦਿੱਤੀ ਹੋਈ ਡਿਗਰੀ ਦੇ ਤਹਿਤ, ਇੰਡੀਅਨ ਲੀਗਲ ਸਿਸਟਮ ਦੇ ਤਹਿਤ ਸੈਟਅਪ ਹੋਏ ਅਦਾਲਤਾਂ ਦੇ ਵਿੱਚ ਉਹਨਾਂ ਦੇ ਕਾਨੂੰਨ ਦੇ ਹਵਾਲੇ ਦੇ ਨਾਲ ਹੀ ਜਾ ਕੇ ਉਹ ਕੇਸ ਲੜ ਰਹੇ ਨੇ। ਸੋ ਜਦੋਂ ਉਹਨਾਂ ਬੰਦਿਆਂ ਨੂੰ ਟਾਰਗੇਟ ਕੀਤਾ ਜਾ ਰਿਹਾ, ਇਹ ਤਾਂ ਮਤਲਬ ਬਾਂਦਰ ਦੇ ਹੱਥ 'ਚ ਬੰਦੂਕ ਫੜਾਉਣ ਵਾਲੀ ਗੱਲ ਹੈਗੀ ਹੈ। ਦੂਸਰੀ ਗੱਲ ਇਹਦੇ ਵਿੱਚ ਇਹ ਆ ਕਿ ਜਦੋਂ ਅਬਿਊਜ਼ ਆਫ ਪਾਵਰ ਸ਼ੁਰੂ ਹੁੰਦਾ ਆ, ਉਹ ਹਮੇਸ਼ਾ ਇਸੇ ਤਰ੍ਹਾਂ ਹੀ ਹੁੰਦਾ ਕਿ ਇਹ ਕਹਿ ਦਿੱਤਾ ਜਾਂਦਾ ਕਿ ਹਾਂ ਇਹ ਅਖਬਾਰ ਸਿੱਖਾਂ ਦੀ ਗੱਲ ਜ਼ਿਆਦਾ ਕਰਦਾ ਸੀਗਾ, ਇਸ ਕਰਕੇ ਇਹਨੂੰ ਟਾਰਗੇਟ ਕੀਤਾ ਗਿਆ। ਇਹ ਵਕੀਲ ਜਿਹੜਾ ਆ, ਇਹ ਫਲਾਣੇ ਬੰਦੇ ਦਾ ਕੇਸ ਲੜਦਾ ਸੀਗਾ, ਇਹਨੂੰ ਤਾਂ ਟਾਰਗੇਟ ਕੀਤਾ ਗਿਆ। ਪਰ ਬੁਨਿਆਦੀ ਗੱਲ ਜਿਹੜੀ ਸਮਝਣ ਵਾਲੀ ਆ ਉਹ ਇਹ ਹੈ ਕਿ ਸੱਤਾ ਦੀ ਜਾਂ ਤਾਕਤ ਦੀ ਦੁਰਵਰਤੋਂ ਹਮੇਸ਼ਾ ਦੁਨੀਆ ਦਾ ਇਤਿਹਾਸ ਦੱਸਦਾ ਉਹ ਇੱਦਾਂ ਹੀ ਸ਼ੁਰੂ ਹੁੰਦੀ ਹੈ ਕਿ ਜਿਹੜੇ ਲੋਕਾਂ ਨੂੰ ਤੁਸੀਂ ਵੱਖਰਾ ਕਰਕੇ ਦਿਖਾ ਸਕਦੇ ਹੋ ਉਹਨਾਂ ਦੇ ਖਿਲਾਫ ਸ਼ੁਰੂ ਹੁੰਦੀ ਹੈ। ਪਰ ਜਦੋਂ ਤੁਸੀਂ ਸਮਾਜ ਜਾਂ ਕੋਈ ਵੀ ਸੁਸਾਇਟੀ ਜਾਂ ਸਰਕਾਰ ਉਸ ਦੁਰਵਰਤੋਂ ਨੂੰ ਮਾਨਤਾ ਦੇ ਦਿੰਦੀ ਹੈ, ਫਿਰ ਉਹ ਸਾਰਿਆਂ ਨੂੰ ਹੀ ਉਹਦਾ ਅਸਰ ਜਿਹੜਾ ਆ ਉਹ ਭੋਗਣਾ ਪੈਂਦਾ। ਫਿਰ ਉਹ ਗੱਲ ਉੱਥੇ ਤੱਕ ਸੀਮਤ ਨਹੀਂ ਰਹਿੰਦੀ। ਜਿਹੜੇ ਬੰਦੇ ਦੇ ਹੱਥ 'ਚ ਅਥਾਰਟੀ ਹੈ, ਅੱਜ ਉਹ ਕਿਸੇ ਸਿਆਸੀ ਮੁਫਾਦ ਕਰਕੇ ਜਾਂ ਕਿਸੇ ਸਰਕਾਰ ਦੀ ਗੈਰ ਇਖਲਾਕੀ ਜਾਂ ਗੈਰ ਕਾਨੂੰਨੀ ਜਾਂ ਸਿਸਟਮ ਤੋਂ ਬਾਹਰ ਜਾ ਕੇ ਦਿੱਤੀ ਹਦਾਇਤ ਨੂੰ ਮੰਨ ਰਿਹਾ ਆ, ਤੇ ਕੱਲ ਨੂੰ ਆਪਣੇ ਨਿੱਜੀ ਮੁਫਾਦਾਂ ਦੇ ਕਰਕੇ ਵੀ ਉਹਨੂੰ ਵਰਤਣਾ ਸ਼ੁਰੂ ਕਰ ਦੂਗਾ। ਜਿਸ ਤਰ੍ਹਾਂ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋਏ, ਪਹਿਲੋਂ ਕਿਹਾ ਗਿਆ ਵੀ ਇਹ ਜਿਹੜੇ ਬੰਦਿਆਂ ਨੇ ਹਥਿਆਰ ਚੁੱਕ ਕੇ ਸਰਕਾਰ ਦੇ ਖਿਲਾਫ ਲੜ ਰਹੇ ਸੀ ਜਾਂ ਬਗਾਵਤ ਕਰ ਰਹੇ ਸੀਗੇ ਕਿ ਉਹਨਾਂ ਨੂੰ ਮਾਰਿਆ ਜਾ ਰਿਹਾ। ਪਰ ਬਾਅਦ ਦੇ ਵਿੱਚ ਆਪਾਂ ਦੇਖਿਆ ਕਿ ਜਦੋਂ ਉਹਨਾਂ ਅਫਸਰਾਂ ਦਾ ਹੱਥ ਖੁੱਲ ਗਿਆ ਤੇ ਉਹਨਾਂ ਨੇ ਆਪ ਦੀਆਂ ਨਿੱਜੀ ਕੀੜਾ ਕੱਢਣ ਦੇ ਵਾਸਤੇ ਵੀ ਉਸ ਦਾ ਇਸਤੇਮਾਲ ਕੀਤਾ। ਇੱਕ ਬੜਾ ਇੰਪੋਰਟੈਂਟ ਕੇਸ ਹੈਗਾ ਆ ਬੀਬੀ ਅਮਰ ਕੌਰ ਦਾ, ਜਿਹੜੀ ਮਤਲਬ ਜਿਹਦੇ ਬੇਟੇ ਦਾ ਵਿਆਹ ਜਿਹੜਾ ਆ ਉਹ ਸੁਮੇਧ ਸੈਣੀ ਦੀ ਭੈਣ ਦੇ ਨਾਲ ਹੋਇਆ ਸੀ ਜੀ। ਔਰ ਉਹ ਤਲਾਕ ਹੋਣ ਤੋਂ ਬਾਅਦ ਸੁਮੇਧ ਸੈਣੀ ਦੇ ਵੱਲੋਂ ਜਿਹੜਾ ਕਿ ਉਹਦਾ ਪਹਿਲੋਂ ਜੀਜਾ ਸੀਗਾ ਉਹਨੂੰ ਤੇ ਉਸ ਬੰਦੇ ਦੇ ਜੀਜੇ ਨੂੰ ਤੇ ਉਹਨਾਂ ਦੇ ਇੱਕ ਡਰਾਈਵਰ ਨੂੰ, ਤਿੰਨਾਂ ਜਾਣਿਆਂ ਨੂੰ ਮਾਰਿਆ। ਉਹ CBI ਅਦਾਲਤ ਦੇ ਵਿੱਚ ਪਿਛਲੇ ਕਿੰਨੇ ਦਹਾਕਿਆਂ ਤੋਂ ਕੇਸ ਜਿਹੜਾ ਆ ਉਹ ਸੁਮੇਧ ਸੈਣੀ ਦੇ ਖਿਲਾਫ ਚੱਲ ਰਿਹਾ ਜੀ। ਸੋ ਮੇਰੇ ਕਹਿਣ ਦਾ ਭਾਵ ਹੈ ਕਿ ਸੱਤਾ ਦੀ ਦੁਰਵਰਤੋਂ ਜਾਂ ਤਾਕਤ ਦੀ ਦੁਰਵਰਤੋਂ ਏਦਾਂ ਹੀ ਸ਼ੁਰੂ ਹੁੰਦੀ ਹੈ ਜਿੱਥੇ ਲੋਕਾਂ ਨੂੰ ਵੱਖਰੇ ਕਰਕੇ ਦਿਖਾਇਆ ਜਾਂਦਾ ਕਿ ਇਹ ਤਾਂ ਟਾਰਗੇਟ ਹੋ ਰਹੇ ਨੇ ਕਿ ਇਹ ਕੁਝ ਵੱਖਰੇ ਸੀਗੇ।
ਪਰ ਜਦੋਂ ਉਹ ਇੱਕ ਰਾਹ ਬਣ ਜਾਂਦਾ ਆ, ਫਿਰ ਉਹ ਜਿਹੜੇ ਬੰਦੇ ਦੁਰਵਰਤੋਂ ਕਰਨ ਵਾਲੇ ਹੁੰਦੇ ਉਹ ਆਪਦੇ ਨਿੱਜੀ ਮੁਫਾਦਾਂ ਦੇ ਵਾਸਤੇ ਵੀ ਕਰਦੇ ਆ। ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਈ 2015 ਦੇ ਲਾਗੇ, ਉਹਨਾਂ ਚੋਂ ਬਹੁਤੇ ਬੰਦੇ ਇਹਨਾਂ ਨੇ ਆਪਣੇ ਸਾਈਬਰ ਵਿੰਗ ਦੇ ਵਿੱਚ ਕੱਢੇ। ਹੁਣ ਜਿਹੜੇ ਬੰਦੇ ਗਏ ਆ ਉਹਨਾਂ ਦੇ ਵਿੱਚੋਂ ਯੂਨੀਵਰਸਿਟੀਆਂ ਜਾਂ ਪੜ੍ਹਦੇ ਹੋਣ ਕਰਕੇ ਸਾਡੇ ਜਾਣਕਾਰ ਬੰਦੇ ਵਿੱਚ ਸ਼ਾਮਲ ਹੈਗੇ ਆ। ਉਹ ਦੱਸਦੇ ਰਹੇ ਕਿ ਲਗਭਗ 2 ਸਾਲ ਤੱਕ ਕਿਸੇ ਦੇ ਵੀ ਫੇਸਬੁੱਕ ਖਾਤੇ ਨੂੰ ਹੈਕ ਕਰਨਾ ਤਾਂ ਉੱਥੇ ਮਤਲਬ ਚਾਹ ਦੇ ਨਾਲ ਬਿਸਕੁਟ ਖਾਣ ਵਾਲੀ ਗੱਲ ਬਣੀ ਹੋਈ ਸੀਗੀ ਜੀ। ਔਰ ਬਿਲਕੁਲ ਪਰਸਨਲ ਲੈਵਲ ਦੇ ਉੱਪਰ ਵੀ ਕਿਸੇ ਨੂੰ ਜਾਣਨ ਦੇ ਵਾਸਤੇ ਕੋਈ ਨਾਲ ਪੜ੍ਹਦਾ ਸੀ, ਕੋਈ ਨਾਲ ਪੜ੍ਹਦੀ ਸੀ, ਵੀ ਉਹਨਾਂ ਦੇ ਫੇਸਬੁੱਕ ਖਾਤਿਆਂ ਨੂੰ ਆਪਦੇ ਨਿੱਜੀ ਮੁਫਾਦਾਂ ਦੇ ਵਾਸਤੇ ਖੋਲ ਕੇ ਦੇਖਦੇ ਰਹਿੰਦੇ ਸੀਗੇ ਜੀ। ਤੇ ਹੁਣ ਪਿਛਲੇ 2 ਸਾਲ ਤੋਂ ਦੱਸਦੇ ਆ ਕਿ ਥੋੜੀ ਜਿਹੀ ਉਹਨਾਂ ਨੇ ਸਟ੍ਰਿਕਟਨੈਸ ਕੀਤੀ ਹੈ ਕਿ ਜੇ ਅਸੀਂ ਕਿਸੇ ਦੀ ਤੁਹਾਨੂੰ ਕਰਨ ਲਈ ਨਹੀਂ ਕਹਿੰਦੇ ਤਾਂ ਤੁਸੀਂ ਉਹਨਾਂ ਦੀ ਪਰਸਨਲ ਜਾਣਕਾਰੀ ਆ ਉਹ ਕੱਢ ਕੇ ਨਹੀਂ ਦੇਖਣੀ। ਪਰ ਇਹ ਬਿਲਕੁਲ ਲੋਅਰ ਲੈਵਲ ਦੀ ਗੱਲ ਸੀਗੀ। ਹਾਇਰ ਲੈਵਲ ਤੇ ਅਜੇ ਵੀ ਕੀ ਕੁਛ ਹੋਈ ਜਾਂਦਾ ਹੈ ਉਸ ਗੱਲ ਦਾ ਅੰਦਾਜ਼ਾ ਜਿਹੜਾ ਆ ਉਹ ਲਾਇਆ ਜਾ ਸਕਦਾ। ਸੋ ਉਸੇ ਤਰ੍ਹਾਂ ਹੀ ਇਹ ਮਤਲਬ ਬੇਸਿਕਲੀ ਤਾਂ ਹੁਣ ਜਿਹੜੇ ਬੰਦਿਆਂ ਨੇ ਪਿਛਲੇ ਸਮੇਂ ਦੇ ਦੌਰਾਨ ਆਪਾਂ ਕਹਿ ਸਕਦੇ ਕਿ ਪ੍ਰਾਈਵੇਸੀ ਦੇ ਵਾਸਤੇ ਆਪਣੇ ਕੈਰੀਅਰ ਛੱਡੇ ਜਾਂ ਬਹੁਤ ਬਿਪਤਾਵਾਂ ਸਹੇਲੀਆਂ, ਜਿੱਦਾਂ ਐਡਵਰਡ ਸਨੋਡਨ ਦਾ ਨਾਂ ਆਉਂਦਾ ਆ, ਜਿਹਨੇ ਇਹ ਗੱਲ ਦੱਸੀ ਸੀਗੀ ਕਿ ਜਿਹੜੀ ਅਮਰੀਕਾ ਦੀ ਨੈਸ਼ਨਲ ਏਜੰਸੀ ਹੈਗੀ ਹੈ NSA, ਨੈਸ਼ਨਲ ਸਿਕਿਉਰਿਟੀ ਏਜੰਸੀ, ਵੀ ਉਹ ਅਮਰੀਕਨ ਸਰਵਰ ਦੇ ਰਾਹੀਂ ਰੂਟ ਹੋਣ ਵਾਲੀਆਂ ਸਾਰੀਆਂ ਹੀ ਕਾਲਾਂ ਰਿਕਾਰਡ ਕਰ ਰਹੇ ਨੇ ਜੀ। ਬਿਲਕੁਲ ਜਿਹੜੀ ਵੀ ਉਹ ਮਤਲਬ ਸਾਰੀ ਦੁਨੀਆ ਦੀ ਹੀ ਜਸੂਸੀ ਜਿਹੜੀ ਆ ਉਹ ਕਰ ਰਹੇ ਆ। ਤੇ ਉਹਦੇ ਵੱਲੋਂ ਵੀ ਪਿਗਾਸਸ ਦੇ ਜਿਹੜਾ ਇਹ ਕਹਿ ਲਓ ਕਿ ਖੁਲਾਸੇ ਸਾਹਮਣੇ ਆਏ ਆ, ਇਹਦੇ ਉੱਪਰ ਉਹਨੇ ਇਹੀ ਕਿਹਾ ਵੀ ਸਪਾਈਵੇਅਰ ਤਾਂ ਇੱਕ ਇਸ ਤਰ੍ਹਾਂ ਦੀ ਏਜੰਸੀ ਆ ਜਿਹੜੀ ਇੰਡਸਟਰੀ ਆ ਜਿਹੜੀ ਐਗਜ਼ਿਸਟ ਹੀ ਨਹੀਂ ਕਰਨੀ ਚਾਹੀਦੀ, ਇਹ ਬਣਨੇ ਹੀ ਨਹੀਂ ਚਾਹੀਦੇ। ਤੇ ਪਰ ਇੱਥੇ ਜਿੰਨਾ ਰਿਸਪੌਂਸ ਇੰਡੀਆ ਦੇ ਵਿੱਚ ਦੇਖਣ ਨੂੰ ਮਿਲਿਆ ਉਹ ਬੜਾ ਕਹਿ ਲਓ ਕਿ ਇੱਕ ਸਟਰੇਂਜ ਤਰ੍ਹਾਂ ਦਾ ਹੈਗਾ ਆ। ਇੱਕ ਮੰਤਰੀ ਨੇ ਤਾਂ ਮਤਲਬ ਇਹ ਵੀ ਗੱਲ ਕਹਿਤੀ ਵੀ ਇਹ ਜ਼ਰੂਰੀ ਨਹੀਂ ਹੈਗਾ ਕਿ ਇਹ ਜਿਹੜੇ ਨੰਬਰ ਨੇ ਵੀ ਹੋ ਸਕਦਾ ਆ ਕਿਸੇ ਹੋਰ ਮੁਲਕ ਨੇ ਜਿਹਨੇ ਖਰੀਦਿਆ ਹੋਇਆ ਉਹਨੇ ਮਤਲਬ ਜਸੂਸੀ ਜਿਹੜੀ ਆ ਉਹ ਕਰ ਲਈ ਹੋਵੇ। ਤੇ ਕਮਾਲ ਦੀ ਗੱਲ ਇਹ ਹੈ ਕਿ ਇੰਡੀਆ ਦੇ ਮੇਨ ਖਬਰਖਾਨੇ ਦੇ ਜਿਹੜੇ ਜਰਨਲਿਸਟ ਨੇ ਨਾਮਵਰ, ਉਹਨਾਂ ਦੇ ਨਾਂ ਉਹਦੇ ਵਿੱਚ ਸ਼ਾਮਲ ਆ। ਤੇ ਉਸ ਤੋਂ ਇਲਾਵਾ ਇੰਡੀਆ ਦੀਆਂ ਸਰਕਾਰੀ ਏਜੰਸੀਆਂ ਦੇ ਅਫਸਰਾਂ ਦੇ ਨਾਂ, CBI ਵਰਗੀਆਂ ਏਜੰਸੀਆਂ ਦੇ ਅਫਸਰਾਂ ਦੇ ਨਾਂ ਸ਼ਾਮਲ ਨੇ। ਇੱਥੋਂ ਤੱਕ ਕਿ ਇੰਡੀਆ ਦੇ ਆਪੋਜੀਸ਼ਨ ਦੇ ਲੀਡਰਾਂ ਦੇ ਨਾਂ ਸ਼ਾਮਲ ਹੈ, ਮੋਦੀ ਵਜ਼ਾਰਤ ਦੇ ਵਿੱਚ ਰਹੇ ਕੈਬਨਿਟ ਮਿਨਿਸਟਰਾਂ ਦੇ ਨਾਂ ਵਿੱਚ ਸ਼ਾਮਲ ਹੈਗੇ ਆ ਜੀ। ਉਹਦੇ ਬਾਵਜੂਦ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਦੇ ਵਾਸਤੇ ਇਹ ਗੱਲ ਕਹਿ ਰਿਹਾ ਕਿ ਜ਼ਰੂਰੀ ਨਹੀਂਗਾ ਕਿ ਸਾਡੀਆਂ ਏਜੰਸੀਆਂ ਨੇ ਇਹ ਜਸੂਸੀ ਕੀਤੀ ਹੋਵੇ, ਹੋ ਸਕਦਾ ਦੁਨੀਆ ਦੀ ਕਿਸੇ ਹੋਰ ਸਰਕਾਰ ਨੇ ਕਰ ਲਈ ਜੀ। ਸੋ ਕਹਿਣ ਦਾ ਭਾਵ ਇਹੀ ਆ ਕਿ ਇਹ ਸਭ ਤੋਂ ਜ਼ਿਆਦਾ ਜੋ ਕੁਝ ਵੀ ਹੈ ਇਹ ਜਿੰਨਾ ਉਹਨਾਂ ਸਰਕਾਰਾਂ ਜਾਂ ਉਹਨਾਂ ਏਜੰਸੀਆਂ ਦੇ ਹੱਥ ਵੀ ਇਹ ਜਦੋਂ ਲੱਗ ਜਾਂਦਾ ਤੇ ਇਹ ਕਿਹਾ ਨਹੀਂ ਜਾ ਸਕਦਾ ਕਿ ਕਿਸ ਬੰਦੇ ਦੀ ਜਿਹੜੀ ਜਸੂਸੀ ਹੈ ਹੋ ਰਹੀ ਆ। ਜੇ ਅਸੀਂ ਕੋਈ ਜਿਹੜੇ ਇਸ ਟਾਈਮ ਦੇ ਉੱਤੇ ਜਿੱਦਾਂ ਮੈਂ ਸਟਾਰਟਿੰਗ 'ਚ ਕਿਹਾ ਕਿ ਜਿਹੜੀਆਂ ਕੌਮਾਂ ਜਿਹੜੀ ਮਾਈਨੋਰਟੀਜ਼ ਨੇ ਸਪੈਸ਼ਲੀ, ਜਾਂ ਜਿਹੜੇ ਲੋਕ ਸਟਰਗਲ ਕਰ ਰਹੇ ਨੇ ਜਾਂ ਆਪਣੇ ਹੱਕ ਹਕੂਕ ਵਾਸਤੇ ਲੜ ਰਹੇ ਨੇ, ਉਹਨਾਂ ਵਾਸਤੇ ਤਾਂ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਨੇ ਹੋਰ ਮੁਸ਼ਕਲ ਜਿਹੜਾ ਉਹ ਪੈਦਾ ਕਰਦੀਆਂ ਨੇ, ਕਿਉਂਕਿ ਫਿਰ ਉਹਨਾਂ ਦੇ ਉੱਤੇ ਆਪਣੇ ਤਰੀਕੇ ਦੇ ਨਾਲ ਉਹ ਆਪਣੇ ਲਾ ਠੋਕ ਕੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨਾਲ ਜਿਹੋ ਜਿਹਾ ਵਰਤਾਅ ਹੁੰਦਾ ਉਹ ਆਪਾਂ ਪਿਛਲੇ ਸਮੇਂ 'ਚ ਦੇਖਿਆ। ਸੋ ਓਵਰਆਲ ਕਹਿਣ ਦਾ ਸਾਡਾ, ਜਾਂ ਤੁਸੀਂ ਬੜੀ ਵਧੀਆ ਤਰੀਕੇ ਦੇ ਨਾਲ ਜਾਣਕਾਰੀ ਦਿੱਤੀ ਕਿ ਇਹ ਓਵਰਆਲ ਬਹੁਤ ਜ਼ਿਆਦਾ ਖਤਰਨਾਕ ਹੈ ਤੇ ਇਹਦੇ ਵਿੱਚ ਹਾਲੇ ਫਿਲਹਾਲ ਦੁਨੀਆ 'ਚ ਚਲੋ ਰੌਲਾ ਪਿਆ ਔਰ ਵੱਡੇ ਰੂਪ ਦੇ ਵਿੱਚ ਰੌਲਾ ਪਿਆ, ਤੇ ਆਉਣ ਵਾਲੇ ਸਮੇਂ 'ਚ ਦੇਖਾਂਗੇ ਆਪਾਂ, ਤੇ ਇਹਦੇ ਸੰਬੰਧ ਦੇ ਵਿੱਚ ਆਪਾਂ ਫਿਰ ਕਦੀ ਗੱਲਬਾਤ ਜਿਹੜੀ ਉਹ ਕਰਾਂਗੇ। ਇਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬੜੀ ਵਧੀਆ ਜਾਣਕਾਰੀ ਜਿਹੜੀ ਦਿੱਤੀ ਆ। ਹੁਣ ਮੈਂ ਅਗਲੇ ਪਾਰਟ ਦੇ ਵਿੱਚ ਜਿਹੜਾ ਆਪਣਾ ਜਿਹੜਾ ਸਮਾਂ ਆਪਾਂ ਪ੍ਰੋਗਰਾਮ ਦਾ ਲਾਵਾਂਗੇ ਉਹ ਥੋੜ੍ਹਾ ਆਪਾਂ ਜਿਹੜਾ ਤੁਸੀਂ ਇੱਕ ਮੁਹਿੰਮ ਵਿੱਢੀ ਹੋਈ ਆ ਵਾਤਾਵਰਨ ਨੂੰ ਲੈ ਕੇ, ਕਿਉਂਕਿ ਸ਼ੁਰੂ ਤੋਂ ਹੀ ਤੁਸੀਂ ਤਕਰੀਬਨ ਬਹੁਤ ਸਾਲ ਪਹਿਲਾਂ ਤੋਂ ਹੀ ਤੁਸੀਂ ਪਾਣੀ ਦੇ ਬਾਰੇ ਬਹੁਤ ਜ਼ਿਆਦਾ ਤਕਰੀਬਨ ਬਹੁਤ ਡਿਟੇਲ ਦੇ ਵਿੱਚ ਹਮੇਸ਼ਾ ਦੱਸਦੇ ਰਹੇ ਹੋ। ਪਰ ਬਦਕਿਸਮਤੀ ਸਾਡੀ ਇਹ ਰਹੀ ਆ ਕਿ ਹਮੇਸ਼ਾ ਜਿਹੜੇ ਸਾਡੇ ਕੁਛ ਕੁ ਹੀ ਸੁਹਿਰਦ ਲੋਕ ਇਸ ਚੀਜ਼ ਨੂੰ ਜਿਹੜਾ ਇਹਨਾਂ ਪ੍ਰੋਗਰਾਮਾਂ ਨੂੰ ਜਾਂ ਇਹਨਾਂ ਨੂੰ ਜਾ ਕੇ ਦੇਖਦੇ ਨੇ, ਬਾਕੀਆਂ ਨੂੰ ਸ਼ਾਇਦ ਇੱਕ ਤਾਂ ਕਿਤੇ ਬੋਰ ਲੱਗਦੇ ਹੋਣਗੇ, ਉਹਨਾਂ ਨੂੰ ਸ਼ਾਇਦ ਚੰਗੇ ਨਹੀਂ ਲੱਗਦੇ ਹੋਣਗੇ। ਤੇ ਜਿਹੜੀ ਕਿ ਸਭ ਤੋਂ ਜ਼ਿਆਦਾ ਸਾਡੇ ਵਾਸਤੇ ਜ਼ਰੂਰਤ ਜਿਹੜੀ ਮੰਦ ਚੀਜ਼ ਆ, ਉਹਦੇ ਵਾਸਤੇ ਸਾਨੂੰ ਫਿਕਰ ਕਰਨ ਦੀ ਜ਼ਰੂਰਤ ਆ। ਔਰ ਤੁਸੀਂ ਬਹੁਤ ਵੱਡੀ ਮੁਹਿੰਮ ਪਿਛਲੇ ਦਿਨਾਂ ਤੋਂ ਵਿੱਢੀ ਹੋਈ ਆ, ਘਰ ਘਰ ਪਿੰਡ ਪਿੰਡ ਜਾ ਕੇ ਜਿਹੜਾ ਤੁਸੀਂ ਇਹ ਕਾਰਜ ਕਰ ਰਹੇ ਹੈਗੇ ਹੋ। ਪਹਿਲਾਂ ਤਾਂ ਉਹਦੇ ਵਾਸਤੇ ਤੁਹਾਡਾ ਸਾਰਿਆਂ ਨੂੰ ਜਿਹੜਾ ਹੈ ਉਹ ਧੰਨਵਾਦ ਕਰਨਾ ਬਣਦਾ। ਅਤੇ ਦੂਸਰਾ ਇਹਦੇ ਬਾਰੇ ਤੁਸੀਂ ਪਹਿਲਾਂ ਸੰਖੇਪ ਜੀ ਜਾਣਕਾਰੀ ਦੇ ਦਿਓ ਕਿ ਕਿੱਦਾਂ ਇਹਦੀ ਸ਼ੁਰੂਆਤ ਹੋਈ
ਤੇ ਕੀ ਕੁਛ ਇਹਦੇ ਵਿੱਚ ਇਸ ਟਾਈਮ ਦੇ ਉੱਤੇ ਤੁਸੀਂ ਜਿਹੜਾ ਹੈ ਇਸ ਕਾਰਜ ਦੇ ਵਿੱਚ ਜਿਹੜਾ ਉਹ ਕਰਨਾ ਸ਼ੁਰੂ ਕੀਤਾ ਹੋਇਆ ਜੀ? ਦੇਖੋ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਾਣੀ ਦੇ ਮਸਲੇ ਦੇ ਨਾਲ ਅਸੀਂ ਪਹਿਲਾਂ ਤੋਂ ਹੀ ਵਾਬਸਤਾ ਰਹੇ ਹਾਂ। ਆਪਣਾ ਜਦੋਂ ਪੜ੍ਹਦੇ ਸੀਗੇ ਹਾਲੀ ਯੂਨੀਵਰਸਿਟੀ ਦੇ ਵਿੱਚ, ਉਦੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਿੱਚ ਵਿਚਰਦੇ ਸੀ, ਉਦੋਂ ਸਭ ਤੋਂ ਵੱਧ ਜਿਹੜੀਆਂ ਵਿਚਾਰ ਚਰਚਾਵਾਂ ਕਰਵਾਈਆਂ ਜਾਂ ਸੈਮੀਨਾਰ ਕਰਵਾਏ ਉਹ ਸੀ ਪਾਣੀ ਦੇ ਮਸਲੇ ਦੇ ਉੱਪਰ ਹੀ ਕਰਵਾਏ ਸੀਗੇ ਜੀ। ਪਰ ਉਸ ਸਮੇਂ ਪੰਜਾਬ ਦੇ ਵਿੱਚ ਜ਼ਮੀਨੀ ਪਾਣੀ ਦੀ ਸਮੱਸਿਆ ਜਿਹੜੀ ਹੈ ਇਹ ਇੰਨੀ ਜ਼ਿਆਦਾ ਗੰਭੀਰਤਾ ਦੇ ਨਾਲ ਸਾਹਮਣੇ ਨਹੀਂ ਸੀ ਆਈ ਜੀ। ਤੇ ਉਦੋਂ ਦਰਿਆਈ ਪਾਣੀਆਂ ਦਾ ਮਸਲਾ ਜਿਹੜਾ ਆ ਉਹਦੇ ਉੱਪਰ ਜ਼ਿਆਦਾ ਫੋਕਸ ਅਸੀਂ ਉਸ ਸਮੇਂ ਕੀਤਾ ਤੇ ਉਹਦੇ ਉੱਪਰ ਹੀ ਉਹਦੇ ਵੱਖ-ਵੱਖ ਪੱਖਾਂ ਨੂੰ ਉਜਾਗਰ ਕਰਨ ਦੇ ਵਾਸਤੇ ਕਿੰਨਾ ਪਾਣੀ ਕਿਸ ਸਮੇਂ ਕਿਸ ਤਰੀਕੇ ਦੇ ਨਾਲ ਲੁੱਟਿਆ ਗਿਆ ਤੇ ਉਸ ਸੰਬੰਧ ਦੇ ਵਿੱਚ ਜ਼ਿਆਦਾ ਜਿਹੜੀ ਆ ਉਹ ਚੇਤਨਾ ਫੈਲਾਉਣ ਦੀ ਕੋਸ਼ਿਸ਼ ਕਰਦੇ ਰਹੇ। ਪਰ ਹੁਣ ਜੇ ਆਪਾਂ ਦੇਖੀਏ ਕਿ ਪਿਛਲੇ ਸਾਲਾਂ ਦੇ ਦੌਰਾਨ, ਖਾਸ ਕਰਕੇ ਪਿਛਲੇ ਕਰੀਬ 1.5 ਦਹਾਕੇ ਦੇ ਦੌਰਾਨ ਜਿਹੜੀ ਪੰਜਾਬ ਦੀ ਜ਼ਮੀਨੀ ਪਾਣੀ ਦੀ ਸਮੱਸਿਆ ਆ ਉਹ ਸਭ ਤੋਂ ਗੰਭੀਰ ਹੋ ਗਈ ਹੈ। ਕਿਉਂਕਿ ਪੰਜਾਬ ਦੀ ਸਮੱਸਿਆ ਦੇ ਮੁੱਖ 3 ਪੱਖ ਬਣਦੇ ਆ। ਇੱਕ ਦਰਿਆਈ ਪਾਣੀਆਂ ਦੀ ਲੁੱਟ ਦਾ ਮਸਲਾ ਆ, ਦੂਸਰਾ ਜ਼ਮੀਨੀ ਪਾਣੀ ਦਾ ਪੱਧਰ ਹੇਠਾਂ ਜਾਣ ਦਾ ਮਸਲਾ ਆ, ਤੇ ਤੀਸਰਾ ਪੰਜਾਬ ਦੇ ਦਰਿਆਈ ਪਾਣੀ ਦੇ ਪ੍ਰਦੂਸ਼ਣ ਦਾ ਜਾਂ ਪਾਣੀ ਦੇ ਸੋਮਿਆਂ ਦੇ ਪ੍ਰਦੂਸ਼ਣ ਦਾ ਮਸਲਾ ਆ। ਸੋ ਉਹਦੇ ਵਿੱਚੋਂ ਜਿਹੜੀ ਜ਼ਮੀਨੀ ਪਾਣੀ ਵਾਲੀ ਸਥਿਤੀ ਆ ਉਹ ਹੁਣ ਅਸੀਂ ਮੰਨਦੇ ਹਾਂ ਕਿ ਉਹ ਬਿਲਕੁਲ ਟੌਪ ਪ੍ਰਾਇੋਰਟੀ ਜਿਹੜੀ ਆ ਉਹ ਬਣ ਕੇ ਸਾਹਮਣੇ ਆਈ ਆ। ਕਿਉਂਕਿ ਜਿਸ ਰਫ਼ਤਾਰ ਦੇ ਨਾਲ ਪੰਜਾਬ ਦਾ ਜ਼ਮੀਨੀ ਪਾਣੀ ਹੇਠਾਂ ਜਾ ਰਿਹਾ ਉਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜ਼ਮੀਨ ਦੇ ਵਿੱਚੋਂ ਕੱਢਣ ਦੇ ਵਾਸਤੇ ਪਾਣੀ ਬਚਣਾ ਨਹੀਂ ਹੈ ਜੀ। ਔਰ ਹਾਲਾਤ ਜਿਹੜੇ ਆ ਉਹ ਬਹੁਤ ਜ਼ਿਆਦਾ ਗੰਭੀਰ ਹੈਗੇ। ਮੈਂ ਇੱਕ ਛੋਟਾ ਜਿਹਾ ਜਿਹੜਾ ਅੰਕੜਾ ਆ ਉਹ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਜੀ ਕਿ ਪੰਜਾਬ ਦੇ ਜ਼ਮੀਨੀ ਪਾਣੀ ਦੀ ਸਥਿਤੀ ਦੇ ਉੱਪਰ ਸਰਕਾਰ ਦੇ ਤਕਰੀਬਨ 5-6 ਅਦਾਰਿਆਂ ਦੇ ਵੱਲੋਂ, ਜਿਹਦੇ ਵਿੱਚ ਮੁੱਖ ਤੌਰ ਦੇ ਉੱਤੇ ਸੈਂਟਰਲ ਗਰਾਊਂਡ ਵਾਟਰ ਬੋਰਡ ਸੀਗਾ, ਉਹਦੇ ਵੱਲੋਂ 2017 ਦੇ ਵਿੱਚ 31 ਮਾਰਚ ਨੂੰ ਇੱਕ ਰਿਪੋਰਟ ਜਿਹੜੀ ਉਹ ਜਾਰੀ ਕੀਤੀ ਗਈ। ਉਹਦੇ ਵਿੱਚ ਜਿਹੜੇ ਅੰਕੜੇ ਦਿੱਤੇ ਉਹਨਾਂ ਅੰਕੜਿਆਂ ਦੇ ਮੁਤਾਬਕ ਪੰਜਾਬ ਦਾ ਜਿਹੜਾ ਜ਼ਮੀਨ ਦੇ ਵਿੱਚ ਪਾਣੀ ਦਾ ਭੰਡਾਰ ਹੈ 300 ਮੀਟਰ ਤੱਕ ਦਾ, 1000 ਫੁੱਟ ਤੱਕ ਦਾ ਕਹਿ ਲਓ, ਉਹ 260 MAF ਹੈ, 260 ਮਿਲੀਅਨ ਏਕੜ ਫੁੱਟ ਜੀ। 1 ਮਿਲੀਅਨ ਹੁੰਦਾ 10 ਲੱਖ ਦਾ। ਸੋ ਜੇ 10 ਲੱਖ ਏਕੜ ਦੇ ਵਿੱਚ ਤੁਸੀਂ ਇੱਕ ਫੁੱਟ ਪਾਣੀ ਖੜਾ ਕਰ ਦਿਓ ਤੇ ਉਹ 1 ਮਿਲੀਅਨ ਏਕੜ ਫੁੱਟ ਬਣ ਗਿਆ ਜੀ। ਸੋ ਪੰਜਾਬ ਦੀ ਜ਼ਮੀਨ ਦੇ ਹੇਠਾਂ 3 ਪਾਣੀ ਦੇ ਪੱਤਣ ਨੇ। ਉਹਨਾਂ 3 ਪਾਣੀ ਦੇ ਪੱਤਣਾਂ ਦੇ ਵਿੱਚ ਜਿਹੜਾ ਕੁੱਲ ਪਾਣੀ ਅੰਕਿਆ ਗਿਆ ਉਹ 260 MAF ਅੰਕਿਆ ਗਿਆ ਜੀ। ਹਰ ਸਾਲ ਪੰਜਾਬ ਦੀ ਜ਼ਮੀਨ ਦੇ ਵਿੱਚ 17.5 MAF ਪਾਣੀ ਜਿਹੜਾ ਆ ਉਹ ਰਿਸ ਕੇ ਅਜੇ ਵੀ ਹੇਠਾਂ ਜਾਂਦਾ ਹੈ, ਰੀਚਾਰਜ ਹੁੰਦਾ ਹੈ। ਪੰਜਾਬ ਦੀ ਜ਼ਮੀਨ ਦੇ ਹੇਠੋਂ ਜਿਹੜਾ ਪਾਣੀ ਕੱਢਿਆ ਜਾ ਰਿਹਾ ਉਹ 29 MAF ਹੈ। 17.5 ਹੇਠਾਂ ਜਾਂਦਾ, 29 MAF ਅਸੀਂ ਹਰ ਸਾਲ ਬਾਹਰ ਕੱਢਦੇ ਹਾਂ। ਪੰਜਾਬ ਦੇ ਜਲ ਭੰਡਾਰ ਦੇ ਵਿੱਚ 11.5 ਮਿਲੀਅਨ ਏਕੜ ਫੁੱਟ ਦਾ ਜਿਹੜਾ ਘਾਟਾ ਆ ਉਹ ਹਰ ਸਾਲ ਪੈ ਰਿਹਾ ਜੀ। ਸੋ 260 ਕੁੱਲ ਭੰਡਾਰ ਹੈ, 11.5 ਹਰ ਸਾਲ ਘਾਟਾ ਪੈ ਰਿਹਾ। ਤੁਸੀਂ ਮੰਨ ਲਓ ਕਿ ਤੁਹਾਡੀ ਜੇਬ ਦੇ ਵਿੱਚ $260 ਨੇ ਕੁੱਲ ਜਿਹੜੀ ਤੁਹਾਡਾ ਸਰਮਾਇਆ ਹੈਗਾ ਆ, ਉਹਦੇ ਵਿੱਚੋਂ ਹਰ ਸਾਲ ਤੁਸੀਂ 11.5 ਘਟਾ ਰਹੇ ਆ ਜੀ। ਤੇ ਉਸ ਘਾਟੇ ਦੇ ਮੁਤਾਬਕ 22.5 ਸਾਲ ਬਣਦੇ ਨੇ ਕਿ 22.5 ਸਾਲਾਂ ਬਾਅਦ ਤੁਹਾਡੇ ਜਿਹੜੇ ਉਹ $260 ਆ ਉਹ ਇਸ ਘਾਟੇ ਦੀ ਦਰ ਦੇ ਉੱਤੇ ਪੂਰੇ ਹੋ ਜਾਣਗੇ ਜੀ। ਸੋ ਉਹ ਉਦੋਂ ਇਹ ਗੱਲ ਸਾਹਮਣੇ ਆਈ ਕਿ ਸਾਲ 2040 ਦੇ ਵਿੱਚ ਪੰਜਾਬ ਦੇ ਵਿੱਚ ਜ਼ਮੀਨ ਦੇ ਹੇਠਾਂ ਪਾਣੀ ਨਹੀਂ ਰਹਿਣਾ। ਹੁਣ 5 ਸਾਲ ਦਾ ਸਮਾਂ ਜਿਹੜਾ ਆ ਉਹ ਲਗਭਗ ਇਹਨੂੰ ਲੰਘ ਗਿਆ। ਇੱਕ ਗੱਲ ਇਹ ਵੀ ਯਾਦ ਰੱਖਣੀ ਚਾਹੀਦੀ ਕਿ ਪੂਰੇ ਪੰਜਾਬ ਦੇ ਵਿੱਚ 3 ਪੱਤਣਾਂ ਦੇ ਵਿੱਚ ਪਾਣੀ ਨਹੀਂ ਹੈਗਾ। ਪੰਜਾਬ ਦੇ ਵਿੱਚ 3 ਪਾਣੀ ਦੇ ਪੱਤਣ ਨੇ। ਜਿਹੜਾ ਸਭ ਤੋਂ ਉੱਪਰਲਾ ਪੱਤਣ ਹੈ ਉਹਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਹੈ, ਫਿਰ ਵਿਚਕਾਰਲਾ ਪੱਤਣ ਹੈ, ਤੇ ਫਿਰ ਉਸ ਤੋਂ ਬਾਅਦ ਬਹੁਤ ਡੂੰਘਾਈ ਵਾਲਾ ਜਿਹੜਾ ਹੇਠਲਾ ਪੱਤਣ ਹੈ ਜਿਹੜਾ 200 ਮੀਟਰ ਤੋਂ ਬਾਅਦ ਸ਼ੁਰੂ ਹੁੰਦਾ ਆ ਤੇ 300 ਮੀਟਰ ਭਾਵ ਕੇ ਲਾ ਲਓ ਕਿ 600-700 ਫੁੱਟ ਦੇ ਲਾਗੇ ਜਾ ਕੇ ਸ਼ੁਰੂ ਹੁੰਦਾ ਉਹ ਤੇ 1000 ਫੁੱਟ ਤੱਕ ਉਹ ਹੋ ਜਾਂਦਾ ਹੈ। ਉਹਦੇ ਵਿੱਚ ਕੁਛ ਪਾਣੀ ਹੈਗਾ ਆ। ਪਰ ਪੰਜਾਬ ਦੇ ਤਕਰੀਬਨ ਜਿਹੜਾ ਲਾ ਲਓ ਕਿ ਮਾਲਵੇ ਦੇ ਜ਼ਿਲ੍ਹੇ ਆ ਤੇ ਖਾਸ ਕਰਕੇ ਜਿਹੜੇ ਮਾਝੇ ਦੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਦੂਜੇ ਤੇ ਤੀਜੇ ਪੱਤਣ ਦੇ ਵਿੱਚ ਪਾਣੀ ਨਹੀਂ ਹੈਗਾ। ਨਾ ਪਠਾਨਕੋਟ ਦੇ ਵਿੱਚ ਦੂਜੇ ਪੱਤਣ 'ਚ ਪਾਣੀ ਹੈ, ਨਾ ਗੁਰਦਾਸਪੁਰ ਦੇ ਵਿੱਚ ਨਹੀਂ ਹੈ, ਅੰਮ੍ਰਿਤਸਰ ਦੇ ਵਿੱਚ ਨਹੀਂ ਹੈ, ਤਰਨਤਾਰਨ ਦੇ ਵਿੱਚ ਨਹੀਂ ਹੈ, ਬਠਿੰਡੇ ਦੇ ਵਿੱਚ ਨਹੀਂ ਹੈ, ਮਾਨਸਾ ਦੇ ਵਿੱਚ ਨਹੀਂ ਹੈਗਾ, ਉਸ ਤੋਂ ਇਲਾਵਾ ਮੋਗੇ ਦੇ ਵਿੱਚ ਨਹੀਂ ਹੈਗਾ, ਫਰੀਦਕੋਟ ਦੇ ਵਿੱਚ ਨਹੀਂ ਹੈਗਾ। ਇਹਨਾਂ 8 ਜ਼ਿਲ੍ਹਿਆਂ ਦੇ ਵਿੱਚ ਪਹਿਲੇ ਪੱਤਣ ਤੋਂ ਬਾਅਦ ਪਾਣੀ ਨਹੀਂ ਹੈਗਾ। ਤੇ ਜਿਹੜਾ ਪਹਿਲਾ ਪੱਤਣ ਆ ਉਹ 2017 'ਚ ਇਹ ਗੱਲ ਕਹੀ ਗਈ ਸੀ ਕਿ ਉਹ 2000 ਅਗਲੇ ਮਤਲਬ 13 ਸਾਲਾਂ ਦੇ ਵਿੱਚ ਉਹ ਮੁੱਕ ਜਾਣਾ ਹੈ।
ਜੀ ਹੁਣ ਤੁਸੀਂ ਲਾ ਲਓ ਕਿ 5 ਸਾਲ ਉਹਦੇ ਵਿੱਚੋਂ ਨਿਕਲ ਗਏ ਆ, ਸੋ ਲਗਭਗ 8 ਸਾਲ ਦਾ ਸਮਾਂ ਆ ਜਿੱਥੇ ਪੰਜਾਬ ਦੇ 8 ਜ਼ਿਲ੍ਹਿਆਂ ਦੇ ਵਿੱਚ ਬਹੁਤ ਸਵੀਅਰ ਜਿਹੜਾ ਪਾਣੀ ਦਾ ਕ੍ਰਾਈਸਿਸ ਆ ਉਹ ਖੜਾ ਹੋ ਜਾਣਾ। ਸੋ ਇਸੇ ਹੀ ਸਥਿਤੀ ਦੇ ਮੱਦੇਨਜ਼ਰ ਅਸੀਂ ਇੱਕ ਮੁਹਿੰਮ ਜਿਹੜੀ ਆ ਉਹ ਜਦੋਂ ਝੋਨੇ ਦੀ ਲਵਾਈ ਪੰਜਾਬ ਦੇ ਵਿੱਚ ਸ਼ੁਰੂ ਹੋਣੀ ਸੀਗੀ, ਸੋ ਮਈ ਮਹੀਨੇ ਦੇ ਵਿੱਚ ਅਸੀਂ ਜਿਹੜੀ ਆ ਉਹ ਸ਼ੁਰੂ ਕੀਤੀ। ਉਹਦਾ ਜਿਹੜਾ ਸਿਰਲੇਖ ਸੀ ਉਹ ਰੱਖਿਆ ਸੀਗਾ ਕਿ ਝੋਨਾ ਘਟਾਓ ਪੰਜਾਬ ਬਚਾਓ, ਕਿਉਂਕਿ ਪੰਜਾਬ ਦੇ ਵਿੱਚ ਜੋ ਸਰਕਾਰੀ ਅੰਕੜੇ ਆ ਉਹਨਾਂ ਨੂੰ ਮੰਨੀਏ ਤੇ ਉਹ ਇਹ ਕਹਿੰਦੇ ਆ ਕਿ 98% ਪਾਣੀ ਦੀ ਜਿਹੜੀ ਵਰਤੋਂ ਹੈ ਉਹ ਖੇਤੀ ਦੇ ਵਿੱਚ ਹੋ ਰਹੀ ਹੈ ਜੀ। ਸੋ ਉਹਦੇ ਵਿੱਚੋਂ ਵੀ ਜ਼ਿਆਦਾ ਵਰਤੋਂ ਜਿਹੜੀ ਹੈ ਉਹ ਝੋਨੇ ਦੇ ਸੀਜ਼ਨ ਦੇ ਵਿੱਚ ਹੁੰਦੀ ਹੈ। ਪੰਜਾਬ ਦੇ ਵਿੱਚ 1 ਕਰੋੜ 5 ਲੱਖ ਏਕੜ ਦੇ ਕਰੀਬ ਰਕਬਾ ਆ ਪੰਜਾਬ ਦੀ ਜ਼ਮੀਨ ਦਾ ਜਿਹਦੇ ਉੱਪਰ ਖੇਤੀ ਹੁੰਦੀ ਹੈ। ਉਹਦੇ ਵਿੱਚੋਂ 75% ਰਕਬਾ ਅਜਿਹਾ ਆ ਜਿਹੜਾ ਜ਼ਮੀਨੀ ਪਾਣੀ ਦੇ ਨਾਲ ਸਿੰਜਿਆ ਜਾਂਦਾ। ਸਿਰਫ 25% ਰਕਬੇ ਦੇ ਵਿੱਚ ਜਿਹੜੀ ਆ ਉਹ ਨਹਿਰੀ ਪਾਣੀ ਦੇ ਨਾਲ ਸਿੰਜਾਈ ਹੁੰਦੀ ਹੈ। ਫਿਰ ਜਿਹੜਾ ਜ਼ਮੀਨੀ ਪਾਣੀ ਹੇਠ ਸਿੰਜਿਆ ਜਾਣ ਵਾਲਾ ਰਕਬਾ ਆ ਉਹਦੇ ਵਿੱਚ ਨਹਿਰੀ ਕਮਾਂਡ ਹੇਠ ਏਰੀਆ ਬਹੁਤ ਥੋੜਾ ਆ। ਜਿਹੜਾ ਨਹਿਰੀ ਕਮਾਂਡ ਹੇਠ ਏਰੀਆ ਆ ਉਹਦੇ ਵਿੱਚ ਹਾਲੀ ਵੀ ਕਪਾਹ ਜਾਂ ਇਸ ਤਰ੍ਹਾਂ ਦੂਜੀਆਂ ਫਸਲਾਂ ਜਿਹੜੀਆਂ ਆ ਉਹ ਲੱਗਦੀਆਂ ਆ। ਸੋ ਝੋਨੇ ਨੂੰ ਜਿੰਨਾ ਵੀ ਪਾਣੀ ਤਕਰੀਬਨ ਲਾਇਆ ਜਾ ਰਿਹਾ ਉਹ ਸਾਰਾ ਜ਼ਮੀਨ ਦੇ ਵਿੱਚੋਂ ਹੀ ਕੱਢ ਕੇ ਲਾਇਆ ਜਾ ਰਿਹਾ। 1 ਕਿਲੋ ਚੌਲ ਪੈਦਾ ਕਰਨ ਦੇ ਲਈ ਵਿਗਿਆਨੀ ਦੱਸਦੇ ਆ ਕਿ 4 ਤੋਂ 5 ਹਜ਼ਾਰ ਲੀਟਰ ਪਾਣੀ ਜਿਹੜਾ ਉਹ ਲੱਗ ਜਾਂਦਾ ਜੀ। ਸੋ ਉਹਦੇ ਵਿੱਚ ਫਿਰ 76% ਰਕਬਾ ਜਿਹੜਾ ਆ ਸਾਡਾ ਉਹ ਝੋਨੇ ਦੇ ਹੇਠ ਹੈ। ਇੱਕ ਫਸਲ ਦੇ ਹੇਠ ਇੰਨਾ ਜ਼ਿਆਦਾ ਰਕਬਾ ਹੋਣਾ, ਫਿਰ ਉਹਦੇ ਵਿੱਚ ਲਗਾਤਾਰ ਪਾਣੀ ਖੜਾ ਕਰਕੇ ਇੱਕ ਝੀਲ ਬਣਾ ਕੇ ਰੱਖਣੀ, ਇਹ ਸਸਟੇਨੇਬਲ ਹੀ ਨਹੀਂ ਹੈਗਾ। ਸਾਨੂੰ ਹਰ ਹਾਲਤ ਦੇ ਵਿੱਚ ਇੱਕ ਤਾਂ ਆਪਣੇ ਪਾਣੀ ਦੀ ਜਿਹੜੀ ਵਰਤੋਂ ਹੈ ਉਹ ਘਟਾਉਣੀ ਪਊਗੀ, ਤੇ ਦੂਸਰਾ ਸਾਨੂੰ ਪਾਣੀ ਦੇ ਰੀਚਾਰਜ ਜਿਹੜਾ ਆ ਵੀ ਉਹ ਜ਼ਿਆਦਾ ਹੋਵੇ ਤਾਂ ਕਿ ਜਿਹੜਾ 11.5 MF ਦਾ ਘਾਟਾ ਪੈ ਰਿਹਾ ਆ ਉਹ ਜਾਂ ਤਾਂ ਨਿਊਟਰਲ ਹੋਵੇ ਤੇ ਜਾਂ ਉਹ ਮਤਲਬ ਦੁਬਾਰਾ ਰੀਚਾਰਜ ਹੋ ਕੇ ਵਾਟਰ ਲੈਵਲ ਉੱਪਰ ਜਿਹੜਾ ਹੈਗਾ ਆਉਣ ਲੱਗੇ। ਸੋ ਉਸੇ ਸੰਬੰਧ ਦੇ ਵਿੱਚ ਹੀ ਇਹ ਜਿਹੜੀ ਮੁਹਿੰਮ ਸੀਗੀ ਉਹ ਸ਼ੁਰੂ ਕੀਤੀ ਗਈ ਸੀ। ਤੇ ਉਹਦੇ ਵਿੱਚ ਫਿਰ ਵੱਖ-ਵੱਖ ਪੜਾਅ ਸੀਗੇ ਜਾਂ ਵੱਖ-ਵੱਖ ਸੁਝਾਅ ਸੀਗੇ ਕਿ ਇਸ ਤਰੀਕੇ ਦੇ ਨਾਲ ਆਪਾਂ ਜਿਹੜੇ ਉੱਤਮ ਉਪਰਾਲੇ ਆ ਉਹ ਕਰ ਸਕਦੇ ਹਾਂ। ਤੇ ਉਸੇ ਦੇ ਤਹਿਤ ਹੀ ਫਿਰ ਇੱਕ 7 ਜੂਨ ਨੂੰ ਅਕਾਲ ਤਖਤ ਸਾਹਿਬ ਤੋਂ ਜਲ ਯਾਤਰਾ ਸ਼ੁਰੂ ਕੀਤੀ ਗਈ ਸੀ, ਜਿਹਦੇ ਵਿੱਚ ਅਸੀਂ ਵੱਖ-ਵੱਖ ਜਿਹੜੇ ਇਸ ਸੰਬੰਧੀ ਉਦਮ ਕਰ ਰਹੇ ਉਹਨਾਂ ਨੂੰ ਜਾ ਕੇ ਮਿਲੇ ਆ, ਵਿਚਾਰਵਾਨਾਂ ਨੂੰ ਮਿਲੇ ਆ ਜਾਂ ਐਕਸਪਰਟਸ ਨੂੰ ਮਿਲੇ ਆ ਤੇ ਉਹਨਾਂ ਦਾ ਤਜਰਬਾ ਜਿਹੜਾ ਆ ਉਹਨੂੰ ਜਾਣਿਆ ਤੇ ਅੱਗੇ ਲੋਕਾਂ ਤੱਕ ਪਹੁੰਚਾਇਆ ਜੀ। ਸੋ ਕਿੰਨਾ ਕੁ ਯੋਗਦਾਨ ਜਿਹੜਾ ਹੈ ਤੁਹਾਨੂੰ ਜਿਹੜਾ ਹੈ ਇਸ ਸਮੇਂ ਦੌਰਾਨ ਮਿਲਿਆ, ਕਿਉਂਕਿ ਕਾਰਜ ਬਹੁਤ ਵੱਡਾ ਤੇ ਉਪਰਾਲਾ ਵੀ ਤੁਸੀਂ ਬੜਾ ਵੱਡਾ ਜਿਹੜਾ ਹੈ ਸ਼ੁਰੂ ਕੀਤਾ ਹੈਗਾ, ਆਰੰਭਿਆ ਹੈਗਾ, ਪਰ ਐਡਾ ਵੱਡਾ ਉਪਰਾਲਾ ਆਰੰਭਣ ਦੇ ਨਾਲ ਤੁਸੀਂ ਮਹਿਸੂਸ ਕਰਦੇ ਹੋ ਕਿ ਇਹਦੇ ਨਾਲ ਜਿਹੜਾ ਹੈ ਜਿੰਨਾ ਕੁ ਤੁਹਾਨੂੰ ਸਹਿਯੋਗ ਮਿਲਣਾ ਚਾਹੀਦਾ ਸੀਗਾ ਉਹਨਾਂ ਕੁ ਸਹਿਯੋਗ ਜਿਹੜਾ ਹੈਗਾ ਉਹਨਾਂ ਲੋਕਾਂ ਵੱਲੋਂ ਜਿਹੜਾ ਹੈ ਉਹ ਤੁਹਾਨੂੰ ਦਿੱਤਾ ਗਿਆ? ਦੇਖੋ, ਸਹਿਯੋਗ ਨੂੰ ਵੀ ਅੰਕਣ ਦੇ 2 ਪੈਮਾਨੇ ਹੋ ਸਕਦੇ ਆ। ਇੱਕ ਤੇ ਆ ਵੀ ਜਿੰਨੀ ਲੋੜ ਆ, ਜਿੰਨੀ ਗੰਭੀਰ ਸਮੱਸਿਆ ਆ, ਉਹਦੇ ਮੁਕਾਬਲੇ ਦੇ ਵਿੱਚ ਦੇਖੀਏ ਤੇ ਆਪਾਂ ਕਹਿ ਸਕਦੇ ਹਾਂ ਵੀ ਇਹ ਹਾਲੀ ਬਹੁਤ ਨਿਗੂਣੀ ਜਿਹੀ ਸ਼ੁਰੂਆਤ ਹੈ ਜੀ। ਦੂਸਰਾ ਜਿਹੜਾ ਹੁੰਦਾ ਕਿ ਜੋ ਤੁਸੀਂ ਇੱਕ ਉਮੀਦ ਲੈ ਕੇ ਚੱਲੇ ਹੁੰਦੇ ਆ, ਜੇ ਅਸੀਂ ਜੋ ਉਮੀਦ ਲੈ ਕੇ ਚੱਲੇ ਸੀਗੇ ਜੇ ਅਸੀਂ ਉਸ ਪੱਖ ਤੋਂ ਦੇਖੀਏ ਤਾਂ ਸਾਨੂੰ ਉਮੀਦ ਤੋਂ ਵੱਧ ਹੁੰਗਾਰਾ ਮਿਲਿਆ। ਸੋ ਜੋ ਕਾਰਜ ਕੀਤਾ ਜਾਣਾ ਚਾਹੀਦਾ ਉਹਦੇ ਮੁਕਾਬਲੇ ਤੇ ਰੱਖਾਂਗੇ ਤਾਂ ਇਹ ਹਾਲੀ ਬਿਲਕੁਲ ਇੱਕ ਮੈਂ ਕਹੂੰਗਾ ਕਿ ਨਿਗੂਣੀ ਸ਼ੁਰੂਆਤ ਹੈ। ਪਰ ਜੋ ਜਿਸ ਤਰ੍ਹਾਂ ਦਾ ਮਾਹੌਲ ਸੀਗਾ ਤੇ ਜਿਹਦੇ ਮੁਤਾਬਕ ਇੱਕ ਤੁਹਾਡੀ ਆਪਦੀ ਇੱਕ ਧਾਰਨਾ ਬਣੀ ਹੁੰਦੀ ਆ ਹਾਲਾਤ ਦੇ ਬਾਰੇ ਦੇ ਵਿੱਚ, ਤੇ ਆਮ ਧਾਰਨਾ ਇਹ ਆ ਵੀ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ, ਕਿਸੇ ਨੂੰ ਕੋਈ ਫਿਕਰ ਨਹੀਂ ਹੈਗੀ। ਸੋ ਉਸ ਧਾਰਨਾ ਦੇ ਮੱਦੇਨਜ਼ਰ ਜਦੋਂ ਅਸੀਂ ਹੁਣ ਮਤਲਬ ਪਿਛਲੇ 2 ਜਾਂ 2.5 ਮਹੀਨੇ ਦੀ ਜਿਹੜੀ ਐਕਟੀਵਿਟੀ ਨੂੰ ਪੜਚੋਲਦੇ ਹਾਂ ਤੇ ਉਹ ਅਸੀਂ ਦੇਖਦੇ ਹਾਂ ਕਿ ਜਿੰਨੀ ਕੁ ਉਮੀਦ ਅਸੀਂ ਕੀਤੀ ਸੀਗੀ ਸਾਨੂੰ ਉਸ ਤੋਂ ਵੱਧ ਹੁੰਗਾਰਾ ਮਿਲਿਆ। ਅਸੀਂ ਇੱਕ ਤਾਂ ਇਹ ਗੱਲ ਕਹੀ ਕਿ ਜਿਹੜੇ NRI ਨੇ, ਜਿਹੜੇ ਵੀ ਲੋਕ ਪੰਜਾਬ ਦੇ ਖੇਤੀ ਦੇ ਉੱਪਰ ਨਿਰਭਰ ਨਹੀਂ ਹੈਗੇ ਜੀ, ਪਰ ਉਹਨਾਂ ਦੇ ਖੇਤਾਂ ਦੇ ਵਿੱਚ ਖੇਤੀ ਹੁੰਦੀ ਹੈ, ਉਹ ਝੋਨੇ ਦੀ ਫਸਲ ਜਿਹੜੀ ਆ ਉਹਨੂੰ ਘਟਾਉਣ। ਉਹਦੇ ਵਿੱਚ 3 ਹਿੱਸੇ ਅਸੀਂ ਆਇਡੈਂਟੀਫਾਈ ਕਰਦੇ ਹਾਂ, ਸ਼ਨਾਖਤ ਕਰਦੇ ਹਾਂ ਕਿ ਜਿਹੜੇ ਖੇਤੀ ਦੇ ਉੱਪਰ ਨਿਰਭਰ ਨਹੀਂ ਹੈਗੇ ਪਰ ਉਹਨਾਂ ਦੇ ਖੇਤਾਂ ਦੇ ਵਿੱਚ ਝੋਨਾ ਲੱਗਦਾ ਹੈ। ਇੱਕ ਤਾਂ ਪ੍ਰਵਾਸੀ ਭਾਈਚਾਰਾ ਆ, ਉਹਨਾਂ ਦੇ ਵਿੱਚੋਂ ਕੋਈ ਵੀ ਪੰਜਾਬ ਦੇ ਵਿੱਚ ਉਹਨਾਂ ਦੀ ਜ਼ਮੀਨ ਤੇ ਲੱਗਣ ਵਾਲੇ ਝੋਨੇ ਦੇ ਉੱਪਰ ਨਿਰਭਰ ਨਹੀਂ ਹੈਗਾ ਜੀ। ਉਸ ਤੋਂ ਇਲਾਵਾ ਜਿਹੜਾ ਨੌਕਰੀ ਪੇਸ਼ਾ ਵਰਗ ਆ, ਜਿਹੜੇ ਬੰਦੇ ਮਤਲਬ ਵਧੀਆ ਨੌਕਰੀ ਦੇ ਉੱਪਰ ਲੱਗੇ ਹੋਏ ਨੇ, ਖੇਤੀ ਉਹਨਾਂ ਨੂੰ ਇੱਕ ਐਕਸਟਰਾ ਇਨਕਮ ਹੀ ਆ ਜਿਹੜਾ ਉਹ ਠੇਕਾ ਲੈਂਦੇ ਆ, ਉਹ ਉਸ ਇਨਕਮ ਦੇ ਉੱਤੇ ਨਿਰਭਰ ਨਹੀਂ ਹੈਗੇ। ਤੀਜੇ ਜਿਹੜੇ ਆ ਉਹ ਪ੍ਰੋਫੈਸ਼ਨਲ ਲੋਕ ਨੇ, ਕੋਈ ਵੱਡਾ ਡਾਕਟਰ ਹੈ, ਕੋਈ ਵਕੀਲ ਹੈ, ਜਾਂ ਕੋਈ ਕਲਾਕਾਰ ਹੈ, ਫਿਲਮੀ ਐਕਟਰ ਹੈ, ਜਾਂ ਉਹ ਗਾਇਕ ਹੈ।
ਉਹ ਆਪ ਤਾਂ ਉਹ ਖੇਤੀ ਕਰਦੇ ਨਹੀਂ, ਉਹ ਜ਼ਮੀਨ ਠੇਕੇ ਦੇ ਉੱਪਰ ਦਿੰਦੇ ਆ, ਪਰ ਉਹਦੀ ਕਮਾਈ ਦੇ ਉੱਪਰ ਹੀ ਉਹ ਨਿਰਭਰ ਨਹੀਂ ਹੈਗੇ, ਉਹਨਾਂ ਦਾ ਇੱਕ ਆਪਣਾ ਵੱਖਰਾ ਉਪਜੀਵਕਾ ਦਾ ਸਾਧਨ ਹੈਗਾ ਆ। ਸੋ ਜੇਕਰ ਆਪਾਂ ਤਾਂ ਆਮ ਕਿਸਾਨ ਨੂੰ ਕਹਿੰਦੇ ਆ ਕਿ ਤੁਸੀਂ ਝੋਨਾ ਨਾ ਲਾਓ, ਤੇ ਉਹਦੇ 100 ਤਰ੍ਹਾਂ ਦੇ ਸਰੋਕਾਰ ਹੁੰਦੇ ਨੇ ਜੀ। ਸੋ ਇਸ ਵਾਰ ਦੀ ਮੁਹਿੰਮ ਦੇ ਵਿੱਚ ਅਸੀਂ ਸਿਰਫ ਜਿਹੜੇ ਪ੍ਰਵਾਸੀ ਭਾਈਚਾਰਾ ਸੀਗਾ ਉਹਨਾਂ ਨੂੰ ਇਹ ਹੋਕਾ ਦਿੱਤਾ ਸੀਗਾ ਕਿ ਤੁਸੀਂ ਆਪਣੀ ਜ਼ਮੀਨ ਦਾ ਕੁਝ ਇੱਕ ਠੇਕਾ ਘਟਾਓ, ਇਸ ਸ਼ਰਤ ਦੇ ਉੱਪਰ ਕਿ ਉਸ ਜ਼ਮੀਨ ਦੇ ਵਿੱਚ ਝੋਨੇ ਦੀ ਥਾਂ ਦੇ ਉੱਤੇ ਬਦਲਵੀਂ ਫਸਲ ਜਿਹੜੀ ਆ ਉਹ ਲਾਈ ਜਾਊਗੀ ਜੀ। ਤੇ ਅਸੀਂ ਇਹ ਵੀ ਅੰਦਾਜ਼ਾ ਲਾਇਆ ਕਿ ਪੰਜਾਬ ਦੇ ਵਿੱਚ ਔਸਤਨ ਠੇਕਾ ਜਿਹੜਾ ਆ ਉਹ 40,000 ਰੁਪਈਆ ਹੈਗਾ, ਕਿਤੇ ਵੱਧ ਵੀ ਹੈ ਕਿਤੇ ਘੱਟ ਵੀ ਆ, ਔਸਤ 40,000 ਬਣਦਾ। ਤੇ ਜੇਕਰ ਤੁਸੀਂ ਝੋਨੇ ਦੀ ਥਾਂ ਦੇ ਉੱਪਰ ਮੱਕੀ ਲਾਓ ਤੇ ਜਿਹੜਾ ਫਾਈਨੈਂਸ਼ੀਅਲ ਲਾਸ ਹੁੰਦਾ ਆ ਜਾਂ ਘੱਟ ਆਮਦਨ ਹੁੰਦੀ ਹੈ ਉਹ 20,000 ਰੁਪਈਆ ਅੰਦਾਜ਼ਨ ਘਟਦੀ ਹੈ। ਜੇ ਤੁਸੀਂ ਠੇਕਾ ਅੱਧਾ ਕਰਦੇ ਹੋ ਇਸ ਸ਼ਰਤ ਦੇ ਉੱਪਰ ਕਿ ਤੁਸੀਂ ਝੋਨੇ ਦੀ ਥਾਂ ਦੇ ਉੱਪਰ ਮੱਕੀ ਲਾਉਣੀ ਹੈ, ਉਹਦੇ ਨਾਲ ਇੱਕ ਤਾਂ ਪਾਣੀ ਦੀ ਬਚਤ ਬਹੁਤ ਜ਼ਿਆਦਾ ਹੋਊਗੀ, ਕਿਉਂਕਿ ਤੁਸੀਂ ਕੱਦੂ ਕਰਕੇ ਕੜ ਨਹੀਂ ਬੰਨੋਗੇ, ਜ਼ਮੀਨ ਨੂੰ ਆਕਸੀਜਨ ਮੁਕਤ ਨਹੀਂ ਕਰੋਗੇ, ਤੇ ਉਹਦੇ ਵਿੱਚ ਪਾਣੀ ਦਾ ਰਿਸਾਵ ਜਿਹੜਾ ਆ ਉਹ ਲਗਾਤਾਰ ਹੁੰਦਾ ਰਹੂਗਾ। ਸੋ ਇੱਕ ਤਾਂ ਜਿੰਨੇ ਰਕਬੇ 'ਚ ਮੱਕੀ ਲੱਗੂਗੀ ਉੱਥੋਂ ਪਾਣੀ ਮੀਂਹ ਵਾਲਾ ਜਿਹੜਾ ਆ ਉਹ ਜ਼ਮੀਨ ਦੇ ਵਿੱਚ ਰੀਚਾਰਜ ਹੋਊਗਾ, ਕਿਉਂਕਿ ਝੋਨਾ ਇੱਕ ਹਾਰਡ ਪੈਨ ਬਣਾਉਣ ਦੇ ਕਰਕੇ ਹੇਠਾਂ ਉਹ ਰੀਚਾਰਜ ਨਹੀਂ ਹੋਣ ਦਿੰਦਾ ਜ਼ਮੀਨ ਦੇ ਵਿੱਚ। ਦੂਸਰਾ ਇਹ ਆ ਕਿ ਉਹਦੇ ਨਾਲ ਵਾਤਾਵਰਨ ਦੇ ਵਿੱਚ ਵੀ ਜਿਹੜੀ ਆ ਉਹ ਮਤਲਬ ਚੰਗੇ ਸੁਧਾਰ ਜਿਹੜੇ ਆ ਉਹ ਆਉਣਗੇ। ਤੀਜਾ ਇਹ ਹੈ ਕਿ ਜੇਕਰ ਤੁਸੀਂ 1 ਕਿੱਲਾ ਝੋਨਾ ਮੁਕਤ ਕਰਦੇ ਹੋ ਤੇ ਅੰਦਾਜ਼ਨ 20,000 ਰੁਪਈਆ ਠੇਕਾ ਘੱਟ ਲੈਣਾ ਮਨਜ਼ੂਰ ਕਰ ਲੈਂਦੇ ਹੋ, ਉਹ ਵੀਰ ਜੀ ਜੇ ਤੁਸੀਂ ਉਹਨੂੰ ਮਤਲਬ ਸਾਲ ਦੀ ਔਸਤ ਦੇ ਉੱਪਰ ਡਿਵਾਈਡ ਕਰੋ ਤੇ ਉਹ $1 ਵੀ ਜਿਹੜਾ ਆ ਉਹ ਇੱਕ ਦਿਨ ਦਾ ਨਹੀਂ ਬਣਦਾ ਜੀ। ਸੋ ਜੇ ਤੁਸੀਂ $1 ਕੰਟਰੀਬਿਊਟ ਕਰਨਾ ਸੋਚ ਲਓ ਕਿ ਮੈਂ ਹਰ ਰੋਜ਼ $1 ਪੰਜਾਬ ਦੇ ਵਾਤਾਵਰਨ ਨੂੰ, ਪੰਜਾਬ ਦੇ ਪਾਣੀ ਨੂੰ, ਪੰਜਾਬ ਦੀ ਸੱਭਿਅਤਾ ਦੀ ਹੋਂਦ ਨੂੰ ਬਚਾਉਣ ਦੇ ਵਾਸਤੇ ਆਪਣਾ ਯੋਗਦਾਨ ਪਾਉਣਾ ਆ, ਤੇ ਤੁਸੀਂ ਬੜੀ ਆਸਾਨੀ ਦੇ ਨਾਲ 1 ਕਿੱਲਾ ਝੋਨਾ ਜਿਹੜਾ ਆ ਉਹ ਮੁਕਤ ਕਰਵਾ ਸਕਦੇ ਆ। 30 ਲੱਖ ਪੰਜਾਬ ਦੇ ਵਿੱਚ, ਹੁਣ ਜਿੱਦਾਂ ਮੈਂ ਦੱਸਿਆ ਕਿ 76 ਲੱਖ ਏਕੜ ਦੇ ਵਿੱਚ ਕਰੀਬ ਜਿਹੜਾ ਆ ਉਹ ਝੋਨਾ ਲਾਇਆ ਜਾਂਦਾ ਆ, ਤੇ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤਕਰੀਬਨ 1990 ਤੋਂ ਹੀ ਕਹਿ ਰਹੀ ਹੈ, ਉਹ ਇਹ ਗੱਲ ਕਹਿ ਰਹੀ ਹੈ ਕਿ 40 ਲੱਖ ਤੋਂ ਉੱਪਰ ਪੰਜਾਬ ਦੇ ਵਿੱਚ ਝੋਨਾ ਨਹੀਂ ਲੱਗਣਾ ਚਾਹੀਦਾ। ਜੇ 40 ਲੱਖ ਏਕੜ ਤੋਂ ਉੱਪਰ ਝੋਨਾ ਲੱਗਦਾ ਆ ਤੇ ਉਹ ਸਸਟੇਨੇਬਿਲਿਟੀ ਜਿਹੜੀ ਆ ਪਾਣੀ ਦੀ ਤੇ ਹੋਰ ਸਾਰੇ ਕਾਸੇ ਦੀ ਉਹ ਨਹੀਂ ਰਹਿਣੀ। ਸੋ ਤਕਰੀਬਨ 30 ਲੱਖ ਏਕੜ ਝੋਨਾ ਘਟਾਉਣ ਦੀ ਜ਼ਰੂਰਤ ਪੰਜਾਬ ਦੇ ਵਿੱਚ ਹੈਗੀ ਆ, ਤੇ 30 ਲੱਖ ਹੀ ਤਕਰੀਬਨ ਇਹ ਮੰਨਿਆ ਜਾਂਦਾ ਕਿ ਪੰਜਾਬ ਦੇ ਜਿਹੜੇ ਜੀ ਨੇ ਉਹ ਪ੍ਰਵਾਸ ਕਰਕੇ ਪੱਕੇ ਤੌਰ ਦੇ ਉੱਪਰ ਬਾਹਰ ਚਲੇ ਗਏ। ਸੋ ਜੇ ਹਰ ਇੱਕ ਜੀ $1 ਦਾ ਕੰਟਰੀਬਿਊਸ਼ਨ ਇੱਕ ਦਿਨ ਦਾ ਪਾਉਣ ਦਾ ਪੰਜਾਬ ਦੇ ਵਾਸਤੇ ਮੰਨ ਲਵੇ ਤਾਂ ਇਹ ਗੱਲ ਬਿਲਕੁਲ ਸੰਭਵ ਹੈਗੀ ਆ ਕਿ 30 ਲੱਖ ਏਕੜ ਜ਼ਮੀਨ ਜਿਹੜੀ ਆ ਉਹਨੂੰ ਝੋਨਾ ਮੁਕਤ ਕੀਤਾ ਜਾ ਸਕਦਾ। ਇਹਦੇ ਵਿੱਚ ਕੁਛ ਤਾਂ ਜਿਹੜੀ ਹੁੰਗਾਰੇ ਦੀ ਤੁਸੀਂ ਗੱਲ ਕੀਤੀ ਕਿ ਇਸ ਹੋਕੇ ਦੇ ਤਹਿਤ ਹਾਲੀ ਸ਼ੁਰੂਆਤੀ ਤੌਰ ਦੇ ਉੱਪਰ ਬੇਸ਼ੱਕ ਗਿਣਤੀ ਬਹੁਤ ਥੋੜੀ ਹੋਵੇ, ਪਰ ਸਾਡੀ ਉਮੀਦ ਤੋਂ ਵੱਧ ਕੇ ਰਹੀ ਕਿ ਕਾਫੀ ਸਾਰੇ ਲੋਕਾਂ ਨੇ ਇਹ ਐਲਾਨ ਕੀਤੇ ਕਿ ਅਸੀਂ ਆਪਣੇ ਪੰਜਾਬ ਦੇ ਵਿੱਚ ਜਿਹੜਾ ਜ਼ਮੀਨ ਹੈਗੀ ਆ ਉਹਨੂੰ ਝੋਨਾ ਮੁਕਤ ਕਰ ਰਹੇ ਹਾਂ, ਔਰ ਉਹਨਾਂ ਨੇ ਕੀਤੀ ਵੀ ਆ। ਸਾਡੇ ਲਾਗੇ ਹੀ ਪਿੰਡ ਆ ਭਾਗੜਾ, ਉੱਥੋਂ ਦੇ ਇੱਥੇ ਸਿਆਟਲ ਦੇ ਵਿੱਚ ਇੱਕ ਸੱਜਣ ਰਹਿੰਦੇ ਨੇ, ਮੈਂ ਆਪ ਵੀ ਜਾ ਕੇ ਦੇਖ ਕੇ ਆਇਆ ਕਿ ਇਸ ਵਾਰ ਉਹਨਾਂ ਨੇ ਜ਼ਮੀਨ ਜਿਹੜਾ ਐਲਾਨ ਕੀਤਾ ਸੀ ਉਹਦੇ ਮੁਤਾਬਕ ਝੋਨਾ ਮੁਕਤ ਕੀਤੀ ਹੈ। ਫਿਰ ਸਾਨੂੰ ਪੰਜਾਬ ਦੇ ਵਿੱਚੋਂ ਵੀ ਹੁੰਗਾਰਾ ਮਿਲਿਆ ਕਿ ਲੋਕਾਂ ਨੇ ਬਿਲਕੁਲ ਝੋਨਾ ਮੁਕਤ ਨਹੀਂ ਕੀਤੀ ਪਰ ਘਟਾਇਆ, ਕਿਹਾ ਕਿ ਅਸੀਂ ਜੇ 6 ਏਕੜ ਲਾਉਂਦੇ ਸੀਗੇ ਤੇ ਅਸੀਂ 4 ਲਾ ਰਹੇ ਹਾਂ, ਵੀ 2 ਏਕੜ ਅਸੀਂ ਬਦਲਵੀਆਂ ਫਸਲਾਂ ਜਿਹੜੀਆਂ ਨੇ ਉਹ ਲਾ ਰਹੇ ਹਾਂ। ਦੂਸਰਾ, ਕਿਉਂਕਿ ਪੰਜਾਬ ਦੀ ਇੱਕ ਪ੍ਰੋਬਲਮ ਜਿਹੜੀ ਆ ਉਹ ਇਹ ਹੈਗੀ ਕਿ ਇੱਥੇ ਬਹੁਤ ਥੋੜੇ ਰਕਬੇ ਦੇ ਵਿੱਚ ਖੇਤੀ ਦੇ ਹੇਠਾਂ ਜ਼ਮੀਨ ਬਹੁਤ ਜ਼ਿਆਦਾ ਹੈ ਜੀ। ਪੰਜਾਬ ਦੀ ਆਲਮੋਸਟ 98% ਜਿਹੜੀ ਵੀ ਜ਼ਮੀਨ ਸ਼ਤੌਤ ਦੇ ਹੇਠ ਨਹੀਂ ਹੈਗੀ, ਤੇ ਜਿਹੜਾ ਰਿਜ਼ਰਵਡ ਫੋਰੈਸਟ ਨਹੀਂ ਹੈਗਾ, ਜਿਹੜਾ ਕਿ ਬਹੁਤ ਹੀ ਨਗੂਣਾ ਜਿਹਾ ਆ, ਉਸ ਤੋਂ ਇਲਾਵਾ ਤੇ ਸੜਕਾਂ ਵਾਲੀ ਜ਼ਮੀਨ ਛੱਡ ਦਿਓ, ਬਾਕੀ ਸਾਰੀ ਜ਼ਮੀਨ ਹੀ ਖੇਤੀ ਦੇ ਹੇਠ ਜੀ। ਪੰਜਾਬ ਦੇ ਵਿੱਚ ਕਿਤੇ ਵੀ ਜ਼ਮੀਨ ਖਾਲੀ ਹੈ ਹੀ ਨਹੀਂ ਕਿ ਸਾਰੀ ਜ਼ਮੀਨ ਦੇ ਵਿੱਚ ਖੇਤੀ ਹੋ ਰਹੀ ਹੈ। ਦੂਜਾ ਇਹ ਹੈ ਕਿ 1 ਏਕੜ ਦੇ ਵਿੱਚ 1 ਕਰੋੜ ਏਕੜ ਦੇ ਵਿੱਚ ਜੇਕਰ ਖੇਤੀ ਹੇਠ ਰਕਬਾ ਆ, ਤੇ ਪੰਜਾਬ ਆਮ ਦੁਨੀਆ ਦਾ ਮਿਆਰ ਇਹ ਹੈਗਾ ਕਿ ਜੇਕਰ ਇੱਕ ਖੇਤ ਦੇ ਵਿੱਚ ਸਾਲ ਦੀ ਇੱਕ ਫਸਲ ਹੋਵੇ ਤੇ ਉਹ 100% ਦੀ ਕ੍ਰੌਪ ਇੰਟੈਂਸਿਟੀ ਮੰਨਦੇ ਆ ਜੀ, ਵੀ ਤੁਸੀਂ ਸਾਲ ਦੀ ਇੱਕ ਫਸਲ ਲੈ ਲਈ, ਤੁਸੀਂ ਉਸ ਜ਼ਮੀਨ ਤੋਂ ਪੂਰੀ ਫਸਲ ਲੈ ਲਈ। ਪੰਜਾਬ ਦੇ ਵਿੱਚ ਜਿਹੜੀ ਜ਼ਮੀਨ ਦੇ ਉੱਪਰ ਕਮਾਦ ਲੱਗਦਾ ਹੈ ਤੇ ਜਿਹੜੀ ਜ਼ਮੀਨ ਦੇ ਉੱਪਰ ਹਲਦੀ ਲੱਗਦੀ, ਮਤਲਬ ਸਾਲ ਵਾਲੀਆਂ ਫਸਲਾਂ ਲੱਗਦੀਆਂ, ਉਹਨਾਂ ਨੂੰ ਛੱਡ ਕੇ ਬਾਕੀ ਜਿੰਨੀ ਵੀ ਖੇਤੀ ਹੇਠ ਜ਼ਮੀਨ ਆ ਉਹ ਸਾਰੀ ਦੇ ਵਿੱਚ ਘੱਟੋ ਘੱਟ 2 ਫਸਲਾਂ ਲੱਗਦੀਆਂ, ਤੇ ਕਈ ਥਾਈਂ 3 ਫਸਲਾਂ ਵੀ ਲੱਗਦੀਆਂ ਜੀ। ਸੋ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਇੱਕ ਸਾਲ ਦੇ ਵਿੱਚ 1 ਕਰੋੜ ਏਕੜ ਦੇ ਉੱਪਰ ਖੇਤੀ ਨਹੀਂ ਹੋ ਰਹੀ, ਇੱਥੇ ਕ੍ਰੌਪ ਇੰਟੈਂਸਿਟੀ 2.5% ਹੋਣ ਕਰਕੇ 2.5 ਕਰੋੜ ਏਕੜ ਦੇ ਵਿੱਚ ਖੇਤੀ ਹੋ ਰਹੀ ਹੈ ਜੀ।
ਸੋ ਉਹਦੇ ਤਹਿਤ ਇਹ ਆ ਕਿ ਹਰ ਹਾਲਤ ਦੇ ਵਿੱਚ ਤੁਹਾਨੂੰ ਆਪਣਾ ਜਿਹੜਾ ਖੇਤੀ ਹੇਠ ਰਕਬਾ ਆ ਉਹਨੂੰ ਘਟਾਉਣਾ ਪਊਗਾ। ਹਰ ਇੱਕ ਖਿੱਤੇ ਦੇ ਵਿੱਚ 33% ਕਹਿੰਦੇ ਆ ਵੀ ਏਰੀਆ ਜਿਹੜਾ ਆ ਉਹ ਰੁੱਖਾਂ ਦੀ ਛਤਰੀ ਹੇਠ ਹੋਣਾ ਚਾਹੀਦਾ। ਪੰਜਾਬ ਦੇ ਵਿੱਚ ਸਿਰਫ 3% ਏਰੀਆ ਜਿਹੜਾ ਆ ਉਹ ਰੁੱਖਾਂ ਦੀ ਛਤਰੀ ਹੇਠ ਆ। ਸੋ ਉਹਦੇ ਵਿੱਚੋਂ ਅਸੀਂ ਇਹ ਵੀ ਹੋਕਾ ਦਿੱਤਾ ਸੀਗਾ ਕਿ ਥੋੜਾ ਥੋੜਾ ਆਪਣੀ ਜ਼ਮੀਨ ਦੇ ਹਿੱਸਿਆਂ ਦੇ ਵਿੱਚ ਆਪਾਂ ਝਿੜੀਆਂ ਲਵਾਈਏ। ਉਹਦੇ ਵਿੱਚ ਵੀ ਬਾਬਾ ਕਾਰ ਸੇਵਾ ਵਾਲੇ ਜਿਹੜੇ ਖਡੂਰ ਸਾਹਿਬ ਵਾਲੇ ਹੈਗੇ ਨੇ, ਬਾਬਾ ਸੇਵਾ ਸਿੰਘ ਜੀ, ਉਹਨਾਂ ਨੇ ਵੀ ਇਹ ਗੱਲ ਕਹੀ ਕਿ ਜੇਕਰ ਤੁਹਾਨੂੰ ਕੋਈ ਵੀ ਇਸ ਤੁਹਾਡੇ ਹੋਕੇ ਨੂੰ ਹੁੰਗਾਰਾ ਦਿੰਦਾ, ਉਹਨਾਂ ਨੇ ਝਿੜੀ ਲਵਾਉਣੀ ਹੋਵੇ, ਉਹ ਝਿੜੀ ਲਾਉਣ ਦੀ ਜਿੰਨੀ ਵੀ ਸੇਵਾ ਆ ਵੀ ਉਹ ਕਾਰ ਸੇਵਾ ਖਡੂਰ ਸਾਹਿਬ ਦੇ ਵੱਲੋਂ ਕੀਤੀ ਜਾਊਗੀ ਜੀ। ਉਹ ਹੁਣ ਜਿੰਨੇ ਵੀ ਜਾਣਿਆਂ ਨੇ ਸਾਡੇ ਨਾਲ ਸੰਪਰਕ ਕੀਤਾ, ਪੰਜਾਬ ਦੇ ਵਿੱਚੋਂ ਵੀ ਬਾਹਰੋਂ ਵੀ, ਤੇ ਉਹਨਾਂ ਨੇ ਉਹ ਜਿਹੜੀਆਂ ਝਿੜੀਆਂ ਆ ਉਹ ਲਾਈਆਂ। ਉਹ ਤਕਰੀਬਨ ਕਨਾਲ ਤੋਂ ਲੈ ਕੇ ਅੱਧੇ ਕਿੱਲੇ ਤੱਕ ਦੀਆਂ ਝਿੜੀਆਂ ਜਿਹੜੀਆਂ ਆ ਉਹ ਲਾਈਆਂ ਨੇ। ਕੁਛ ਇੱਕ ਲੋਕਾਂ ਨੇ 4-4 5-5 ਏਕੜ ਦੇ ਵਿੱਚ ਵੀ, ਜਿਨ੍ਹਾਂ ਦੀ ਜ਼ਿਆਦਾ ਜ਼ਮੀਨ ਸੀਗੀ ਜਾਂ ਜਿਨ੍ਹਾਂ ਨੇ ਸੋਚਿਆ ਗਿਆ ਸਾਨੂੰ ਪੰਜਾਬ ਦੇ ਵਿੱਚੋਂ ਜ਼ਮੀਨ ਚੋਂ ਬਿਲਕੁਲ ਹੀ ਠੇਕਾ ਨਹੀਂ ਚਾਹੀਦਾ, ਉਸ ਹਿਸਾਬ ਨਾਲ ਉਹ ਲਾ ਰਹੇ ਆ। ਔਰ ਅੱਧੇ ਏਕੜ ਦੀ ਜਿਹੜੀ ਝਿੜੀ ਲੱਗਦੀ ਆ ਉਹਦੇ ਵਿੱਚੋਂ ਲਗਭਗ 50 ਕਿਸਮਾਂ ਦੇ 950 ਰੁੱਖ ਲਾ ਦਿੰਦੇ ਆ ਜੀ। ਉਹ ਇੱਕ ਕਹਿ ਲਓ ਕਿ ਪੰਜਾਬ ਦੇ ਵਾਤਾਵਰਨ ਦੇ ਵਾਸਤੇ। ਸੋ ਇਸ ਤਰ੍ਹਾਂ ਦਾ ਜਿੰਨਾ ਵੀ ਹੁੰਗਾਰਾ ਤਾਂ ਆਪਾਂ ਕਹੀਏ ਕਿ ਕਾਫੀ ਰਿਹਾ ਆ, ਤੇ ਇਹਦੇ ਤੋਂ ਇੱਕ ਉਮੀਦ ਵੀ ਬੱਝੀ ਆ। ਤੇ ਬਹੁਤ ਸਾਰੇ ਵਿਅਕਤੀ ਸਾਨੂੰ ਇਸ ਤਰ੍ਹਾਂ ਦੇ ਵੀ ਮਿਲੇ ਜਿਹੜੇ ਪਹਿਲਾਂ ਹੀ ਰੇਨ ਵਾਟਰ ਹਾਰਵੈਸਟਿੰਗ ਕਰ ਰਹੇ ਆ, ਜਿਹੜਾ ਮੀਂਹ ਦਾ ਪਾਣੀ ਆ ਉਹਨੂੰ ਜ਼ਮੀਨਦੋਜ਼ ਕਰ ਰਹੇ ਨੇ। ਜਿਸ ਤਰ੍ਹਾਂ ਕਾਰ ਸੇਵਾ ਖਡੂਰ ਸਾਹਿਬ ਹੈ, ਉਹਨਾਂ ਦੀਆਂ ਜਿੰਨੀਆਂ ਵੀ ਵਿਦਿਅਕ ਸੰਸਥਾਵਾਂ ਆ, ਉਹਨਾਂ ਸਾਰੀਆਂ ਦੀਆਂ ਛੱਤਾਂ ਦਾ ਪਾਣੀ ਜਿਹੜਾ ਆ ਉਹਨਾਂ ਨੇ ਜ਼ਮੀਨਦੋਜ਼ ਕੀਤਾ ਹੋਇਆ। ਕੁਦਰਤੀ ਖੇਤੀ ਕਰਨ ਵਾਲੇ ਬਹੁਤ ਸਾਰੇ ਕਿਸਾਨ ਨੇ ਜਿਹੜੇ ਪਾਣੀ ਨੂੰ ਜ਼ਮੀਨਦੋਜ਼ ਕਰਦੇ ਆ। ਤੇ ਉਸ ਤੋਂ ਇਲਾਵਾ ਕਈ ਸਾਨੂੰ ਹੁਣ ਮਤਲਬ ਪ੍ਰਵਾਸੀ ਭਾਈਚਾਰੇ ਦੇ ਵਿੱਚੋਂ ਵੀ ਸੰਪਰਕ ਕੀਤਾ। ਉਹ ਕਹਿੰਦੇ ਜੀ ਅਸੀਂ ਆਲਰੇਡੀ ਆਪਣੀ ਜ਼ਮੀਨ ਦਾ ਪਿਛਲੇ 2 ਜਾਂ 3 ਸਾਲ ਤੋਂ ਜਾਂ 4 ਸਾਲ ਤੋਂ ਠੇਕਾ ਘਟਾਇਆ ਹੋਇਆ ਆ, ਤੇ ਅਸੀਂ ਆਪਣੀ ਜ਼ਮੀਨ ਦੇ ਵਿੱਚ ਝੋਨੇ ਦੀ ਕਾਸ਼ਤ ਨਹੀਂ ਕਰਦੇ ਤੇ ਉਹਨਾਂ ਅਸੀਂ ਠੇਕਾ ਘਟਾ ਦਿੰਦੇ ਹਾਂ। ਸੋ ਇਸ ਤਰ੍ਹਾਂ ਪਹਿਲਾਂ ਤੋਂ ਉਪਰਾਲੇ ਹੋ ਰਹੇ ਆ। ਹੁਣ ਸਾਰਿਆਂ ਦੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਇਸ ਮੁਹਿੰਮ ਦੀ ਜਿਹੜੀ ਪ੍ਰਾਪਤੀ ਰਹੀ ਉਹ ਇਹ ਹੈ ਕਿ ਉਹ ਹਿੱਸੇ ਆਇਡੈਂਟੀਫਾਈ ਹੋ ਗਏ ਨੇ। ਆਪਾਂ ਸਮਾਜ ਦੇ ਵਿੱਚ ਬਹੁਤੇ ਲੋਕ ਭਾਜੀ ਇਸ ਤਰ੍ਹਾਂ ਹੁੰਦੇ ਕਿ ਜਿਹੜੇ ਕੋਈ ਚੀਜ਼ ਤੁਸੀਂ ਹੁੰਦੀ ਦਿਖਾ ਦਿਓ ਤੇ ਉਹ ਕਰਨ ਲੱਗ ਜਾਂਦੇ ਆ। ਉਹ ਪਹਿਲ ਕਰਨ ਦੇ ਵਿੱਚ ਆਉਣ ਵਾਲੇ ਥੋੜੇ ਲੋਕ ਹੁੰਦੇ, ਜ਼ਿਆਦਾਤਰ ਲੋਕ ਜਿਹੜੇ ਆ ਉਹ ਫੋਲੋ ਕਰਨ ਦੇ ਵਿੱਚ ਆਉਂਦੇ ਆ। ਸੋ ਦਿਖਾਉਣ ਵਾਲਾ ਜਿਹੜਾ ਹਿੱਸਾ ਸੀਗਾ, ਜਿਹੜਾ ਆਪਣੇ ਆਪ ਪੰਜਾਬ ਨੂੰ ਬਚਾਉਣ ਲਈ ਉਦਮ ਕਰ ਰਿਹਾ, ਉਹਦੀ ਸ਼ਨਾਖਤ ਇਸ ਮੁਹਿੰਮ ਦੇ ਦੌਰਾਨ ਹੋਈ ਹੈ ਜੀ। ਸੋ ਇਹ ਬੜਾ ਤੁਹਾਡੇ ਵਾਸਤੇ ਇੱਕ ਤੁਹਾਡੀ ਸ਼ਲਾਘਾ ਕਰਨੀ ਪੈਂਦੀ ਹੈ ਕਿ ਤੁਸੀਂ ਇੱਕ ਅਜਿਹਾ ਉਦਮੀ ਤੌਰ ਦੇ ਉੱਤੇ ਕੰਮ ਕਰ ਰਹੇ ਹੋ ਕਿ ਜਿਹਦੇ ਵਾਸਤੇ ਮੈਨੂੰ ਲੱਗਦਾ ਕਿ ਅਸੀਂ ਵੀ ਇਸ ਆਪਣੇ ਪਲੇਟਫਾਰਮ ਤੋਂ ਬੇਨਤੀ ਕਰਦੇ ਹਾਂ, ਸਾਰੇ ਜਿੰਨੇ ਵੀ ਬਾਹਰ ਬੈਠਾ ਸਾਡਾ ਸਿੱਖ ਡਾਇਸਪੋਰਾ ਖਾਸ ਤੌਰ ਦੇ ਉੱਤੇ ਪੰਜਾਬ ਨਾਲ ਸੰਬੰਧਿਤ ਆ, ਉਹ ਕਮ ਸੇ ਕਮ ਆਪਣੇ ਉੱਥੋਂ ਜਿਹੜਾ ਹੈ ਠੇਕਾ ਘਟਾ ਕੇ ਤੇ ਇਹੀ ਇੱਕ ਯੋਗਦਾਨ ਪਾ ਦਿੱਤਾ ਜਾਵੇ ਕਿ ਲਓ ਜੀ ਮੈਂ ਠੇਕਾ ਜਿਹੜਾ ਹੈ ਤੁਹਾਡਾ ਘੱਟ ਕਰ ਲੈਣਾ, ਪਰ ਮੇਰੀ ਖੇਤਾਂ ਦੇ ਵਿੱਚ ਤੁਸੀਂ ਝੋਨਾ ਕਮ ਸੇ ਕਮ, ਜੇ ਅਸੀਂ ਜਿਹੜੇ ਬਾਹਰ ਬੈਠਾ ਡਾਇਸਪੋਰਾ ਉਹ ਇਹੀ ਕਹਿਣਾ ਸ਼ੁਰੂ ਕਰ ਦੇਵੇ ਕਿ ਤੁਸੀਂ ਝੋਨਾ ਨਾ ਲਾਓ, ਬਿਲਕੁਲ ਹੀ ਨਾ ਲਾਓ, ਤੇ ਲਓ ਤੁਹਾਡਾ ਜਿਹੜਾ ਘਾਟਾ ਅਸੀਂ ਇੱਧਰੋਂ ਪੂਰਾ ਕਰਦੇ ਹਾਂ, ਠੇਕਾ ਅਸੀਂ ਜਿਹੜਾ ਹੈ ਤੁਹਾਡਾ ਘਟਾ ਦਿੰਦੇ ਹਾਂ, ਅਤੇ ਤੁਸੀਂ ਇਹਦੀ ਬਦਲਵੀਂ ਫਸਲ ਜਿਹੜੀ ਆ ਉਹ ਕੀਤੀ ਜਾਵੇ। ਮੈਨੂੰ ਯਾਦ ਆ ਜਦ ਕਦੀ ਅਸੀਂ 8th ਕਲਾਸ ਵਿੱਚ, ਹੁਣ ਪਤਾ ਨਹੀਂ ਕਿ ਅੱਜ ਐਗਰੀਕਲਚਰ ਦਾ ਸਬਜੈਕਟ ਪੰਜਾਬ ਦੇ ਵਿੱਚ ਕਿੰਨਾ ਕੁ ਪੜ੍ਹਾਇਆ ਜਾਂਦਾ, ਅਤੇ ਉਦੋਂ ਵੀ ਅਸੀਂ ਇੱਕ ਲਫ਼ਜ਼ ਸੁਣਦੇ ਹੁੰਦੇ ਸੀਗੇ ਐਗਰੀਕਲਚਰ ਦੇ ਵਿੱਚ ਕਿ ਫਸਲੀ ਚੱਕਰ ਨੂੰ ਅਪਣਾਉਣਾ। ਸੋ ਫਸਲੀ ਚੱਕਰ ਨੂੰ ਨਾ ਅਪਣਾ ਕੇ ਅੱਜ ਸਾਡੀ ਦਿਸ਼ਾ ਜਿਹੜੀ ਆ ਉਹ ਇਸ ਟਾਈਮ ਦੇ ਉੱਤੇ ਕਿੱਥੇ ਅਸੀਂ ਦੇਖ ਰਹੇ ਹਾਂ ਇਸ ਟਾਈਮ ਦੇ ਉੱਤੇ ਪੰਜਾਬ ਨੂੰ। ਜਦੋਂ ਅਸੀਂ ਮਾਝੇ ਦੇ ਵਿੱਚ ਰਹਿੰਦੇ ਸੀਗੇ, ਮਾਝੇ 'ਚ ਦੇਖਦੇ ਸੀਗੇ, ਅਤੇ ਮੈਨੂੰ ਇਹ ਲੱਗਦਾ ਕਿ ਕੁਛ ਕੁ ਸਮੇਂ ਦੇ ਦੌਰਾਨ ਅਸੀਂ ਦੇਖਦੇ ਰਹੇ ਕਿ ਕੁਛ ਫੁੱਟ 'ਤੇ ਜਾ ਕੇ ਨਲਕੇ ਦਾ ਪਾਣੀ ਨਿਕਲ ਆਉਂਦਾ ਸੀਗਾ। ਬੋਰ ਹੁੰਦੇ ਵੀ ਇਸ ਤਰ੍ਹਾਂ ਹੀ ਦੇਖੇ ਸੀ। ਮੈਂ ਫਸਟ ਟਾਈਮ ਪਟਿਆਲੇ ਦੇ ਵਿੱਚ ਆਇਆ, ਅਤੇ ਮੈਂ ਜਦੋਂ ਲੋਕਾਂ ਨੂੰ ਮੋਟਰਾਂ ਦੇ ਵਿੱਚ ਇਹ ਤਕਰੀਬਨ ਕੋਈ 90 ਤੋਂ ਪਹਿਲਾਂ ਦੀਆਂ ਗੱਲਾਂ ਨੇ, 88 ਦੀ ਗੱਲ ਹੈਗੀ ਆ, ਅਤੇ ਮੈਂ ਫਸਟ ਟਾਈਮ ਦੇਖਿਆ ਕਿ ਲੋਕ ਖੂਹ 'ਚ ਵੜ ਕੇ ਮੋਟਰਾਂ ਦੇ ਥੱਲੇ ਜਾ ਕੇ ਮੋਟਰ ਨੂੰ ਸਟਾਰਟ ਕਰਦੇ ਨੇ। ਸੋ ਮੇਰੇ ਵਾਸਤੇ ਉਸ ਟਾਈਮ ਦੇ ਉੱਤੇ ਹੈਰਾਨੀਜਨਕ ਇਹ ਸੀਗਾ ਕਿ ਇਹ ਇਸ ਤਰ੍ਹਾਂ ਵੀ ਹੁੰਦਾ ਪੰਜਾਬ ਦੇ ਵਿੱਚ। ਸੋ ਇੱਥੋਂ ਤੱਕ ਸਾਡੀ ਚੱਲ ਗਈ, ਪਰ ਅਸੀਂ ਤੁਹਾਡੇ ਬਹੁਤ ਜ਼ਿਆਦਾ ਧੰਨਵਾਦੀ ਹਾਂ, ਔਰ ਮੈਂ ਸਾਰਿਆਂ ਨੂੰ ਆਪਣੇ ਤੌਰ ਦੇ ਉੱਤੇ ਬੇਨਤੀ ਵੀ ਕਰਦਾ ਕਿ ਇਸ ਉਪਰਾਲੇ ਨੂੰ, ਕਿਉਂਕਿ ਸਮਾਂ ਜਿਹੜਾ ਇਹਨਾਂ ਨੇ ਦੱਸਿਆ ਉਹ ਸਿਰਫ 8 ਸਾਲ, ਉਹਨੂੰ 8 ਸਾਲ ਨਾ ਸਮਝੀਏ ਕਿ ਅਸੀਂ ਮੁਕਾਉਣ ਤੱਕ ਹੀ ਜਾਣਾ ਉਸ ਚੀਜ਼ ਨੂੰ। ਅਸੀਂ ਹੁਣ ਸ਼ੁਰੂਆਤ ਕਰਾਂਗੇ, ਅਤੇ ਇਹਨਾਂ ਦਾ ਵੀ ਹਰ ਪੱਖ ਦੇ ਨਾਲ ਸਾਨੂੰ ਕਮ ਸੇ ਕਮ ਸਹਿਯੋਗ ਹੀ ਦੇਣਾ ਬਣਦਾ ਹਰ ਤਰੀਕੇ ਦੇ ਨਾਲ, ਅਤੇ ਉਹ ਸਾਡਾ ਜ਼ਰੂਰ ਫਰਜ਼ ਬਣਦਾ। ਅਸੀਂ ਤਾਂ ਹੀ
ਉਸ ਜੇ ਗੁਰੂ ਨਾਨਕ ਦੇ ਸਿੱਖ ਵੀ ਖਵਾਵਾਂਗੇ, ਜਿੱਥੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਾ ਜਿਹੜਾ ਸਾਨੂੰ ਉਹਨਾਂ ਨੇ ਕੰਸੈਪਟ ਦਿੱਤਾ, ਉਹਨੂੰ ਅਸੀਂ ਅਪਣਾਈਏ। ਸਰਦਾਰ ਪਰਮਜੀਤ ਸਿੰਘ ਜੀ, ਕੋਈ ਅਜਿਹੀ ਗੱਲਬਾਤ ਜਿਹੜੀ ਮੈਂ ਤੁਹਾਨੂੰ ਇਸ ਸੰਬੰਧ ਦੇ ਵਿੱਚ ਜਾਂ ਕਿਸੇ ਹੋਰ ਸੰਬੰਧ ਦੇ ਵਿੱਚ ਨਾ ਪੁੱਛ ਸਕਿਆ ਹੋਵਾਂ, ਉਹ ਤੁਸੀਂ ਦਰਸ਼ਕਾਂ ਨਾਲ ਸਾਂਝੀ ਕਰ ਦਿਓ, ਅਤੇ ਫਿਰ ਪ੍ਰੋਗਰਾਮ ਦਾ ਸਮਾਂ ਤਕਰੀਬਨ ਸਮਾਪਤੀ ਵੱਲ ਜਾ ਰਿਹਾ ਜੀ। ਸੋ ਉਹਦੇ ਬਾਰੇ ਕੋਈ ਜਾਣਕਾਰੀ ਤੁਸੀਂ ਦੇਣੀ ਚਾਹੋ ਦਰਸ਼ਕਾਂ ਨੂੰ ਤਾਂ ਜ਼ਰੂਰ ਜਿਹੜੀ ਆ ਉਹ ਦੇ ਦਿਓ ਜੀ। ਜੀ, ਮੈਂ ਅਖੀਰੀ ਤੌਰ ਦੇ ਉੱਪਰ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਜਿਸ ਤਰ੍ਹਾਂ ਅਕਸਰ ਗੁਰਬਾਣੀ ਦੇ ਇਸ ਮਹਾਂਵਾਕ ਦਾ ਹਵਾਲਾ ਦਿੰਦੇ ਹਾਂ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਜੀ। ਸੋ ਜੇ ਅਸੀਂ ਇਹਦੇ ਉੱਪਰ ਨੇਚਾ ਧਰਦੇ ਹਾਂ, ਉਸ ਹਿਸਾਬ ਦੇ ਨਾਲ ਇਹ ਪਾਣੀ ਤੇ ਧਰਤੀ ਸਾਡੇ ਮਾਤਾ ਪਿਤਾ ਨੇ ਜੀ। ਤੇ ਪੰਜਾਬ ਦੇ ਵਿੱਚ ਜੋ ਇਸ ਸਮੇਂ ਹਾਲਾਤ ਬਣੀ ਹੋਈ ਹੈ ਧਰਤੀ ਦੀ ਵੀ ਤੇ ਪਾਣੀ ਦੀ ਵੀ, ਉਹ ਆਪਾਂ ਇਹ ਮੰਨ ਕੇ ਚੱਲੀਏ ਕਿ ਸਾਡੇ ਮਾਤਾ ਪਿਤਾ ਗੰਭੀਰ ਖਤਰੇ ਦੇ ਵਿੱਚ ਹੈ, ਬਹੁਤ ਬਿਮਾਰ ਨੇ ਜੀ। ਸੋ ਅਜਿਹੇ ਹਾਲਾਤ ਦੇ ਵਿੱਚ ਜਿਸ ਤਰ੍ਹਾਂ ਜਿਵੇਂ ਸਾਡੇ ਬਾਇਓਲੋਜੀਕਲ ਮਾਤਾ ਪਿਤਾ ਜਿਹੜੇ ਆ ਉਹ ਬਿਮਾਰ ਹੋਣ, ਉਹਨਾਂ ਦੀ ਸਿਹਤ ਨੂੰ ਖਤਰਾ ਹੋਵੇ, ਉਹਨਾਂ ਦੀ ਜਾਨ ਨੂੰ ਖਤਰਾ ਹੋਵੇ, ਤੇ ਅਸੀਂ ਜਿੱਦਾਂ ਤਿਲ ਮਿਲਾਉਂਦੇ ਆ, ਜਿੰਨੀ ਸ਼ਿੱਦਤ ਦੇ ਨਾਲ ਉਹਨਾਂ ਦਾ ਇਲਾਜ ਕਰਾਉਂਦੇ ਆ, ਔਰ ਅਸੀਂ ਇਹ ਨਹੀਂ ਦੇਖਦੇ ਕਿ ਉਹਨਾਂ ਦਾ ਇਲਾਜ ਕਰਾਉਣ ਦੇ ਵਿੱਚੋਂ ਸਾਨੂੰ ਆਊਟਪੁੱਟ ਕੀ ਮਿਲੂਗੀ, ਅਸੀਂ ਉੱਥੇ ਇਨਪੁੱਟ ਕਰਦੇ ਹਾਂ। ਸੋ ਉਸੇ ਤਰ੍ਹਾਂ ਹੀ ਪੰਜਾਬ ਦੇ ਪੌਣ ਪਾਣੀ ਤੇ ਧਰਤੀ ਨੂੰ ਬਚਾਉਣ ਦੇ ਵਾਸਤੇ ਹੁਣ ਇਨਪੁੱਟ ਕਰਨ ਦਾ ਸਮਾਂ ਹੈਗਾ। ਇਸ ਧਰਤੀ ਨੇ ਸਾਨੂੰ ਇੰਨੀ ਸਮਰੱਥਾ ਦਿੱਤੀ ਕਿ ਇਸ ਪਾਣੀ ਨੇ ਇੰਨੀ ਸਮਰੱਥਾ ਦਿੱਤੀ, ਇੱਥੋਂ ਦੀ ਉਪਜਾਊ ਸ਼ਕਤੀ ਨੇ ਇੰਨੀ ਸਮਰੱਥਾ ਦਿੱਤੀ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਦਾਰਥ ਜਿਹੜੇ ਆ ਉਹ ਇਕੱਠੇ ਕਰ ਸਕੇ ਹਾਂ। ਉਹਨਾਂ ਪਦਾਰਥਾਂ ਦੇ ਵਿੱਚੋਂ ਕੁਝ ਹਿੱਸਾ ਕੱਢ ਕੇ ਹੁਣ ਇਹਦੇ ਬਚਾਅ ਦੇ ਵਾਸਤੇ, ਇਹਦੇ ਰੱਖ ਰਖਾਅ ਦੇ ਵਾਸਤੇ ਕਰਨ ਦੀ ਜ਼ਰੂਰਤ ਹੈਗੀ ਹੈ। ਜਿਨ੍ਹਾਂ ਦੇ ਕੋਲ 10 ਏਕੜ ਜ਼ਮੀਨ ਹੈ ਉਹਨਾਂ ਨੂੰ ਤੇ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ, ਤੁਸੀਂ 1 ਏਕੜ ਦੇ ਉੱਪਰ ਰੁੱਖ ਲਵਾ ਦਿਓ, ਇਹਦੇ ਨਾਲ ਹੀ ਮਤਲਬ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹਨਾਂ ਦਾ ਹੱਲ ਹੋ ਸਕਦਾ। ਤੇ ਦੂਸਰਾ ਜਿਹੜਾ ਸਾਡਾ ਸਮਰੱਥ ਹਿੱਸਾ ਆ, ਜਿਹੜਾ ਖੇਤੀ ਦੇ ਉੱਪਰ ਨਿਰਭਰ ਨਹੀਂ ਹੈਗਾ, ਉਹਨੂੰ ਜ਼ਰੂਰ ਆਪਣੀ ਜ਼ਮੀਨ ਜਿਹੜੀ ਆ, ਜੇ ਉਹ ਬਿਲਕੁਲ ਹੀ ਝੋਨਾ ਮੁਕਤ ਨਹੀਂ ਕਰ ਸਕਦੇ ਤੇ ਉਹਦੇ ਵਿੱਚ ਘੱਟੋ ਘੱਟ ਉਹਦਾ ਚੌਥਾ ਹਿੱਸਾ ਜਾਂ ਅੱਧਾ ਹਿੱਸਾ ਰਕਬਾ ਜਿਹੜਾ ਆ ਘਟਾਉਣਾ ਚਾਹੀਦਾ। ਆਖਰੀ ਤੌਰ ਦੇ ਉੱਪਰ ਇਹੀ ਗੱਲ ਹੈ ਕਿ ਜੋ ਗੱਲ ਹੋਣ ਦੀ ਸੰਭਾਵਨਾ ਹੋਵੇ ਉਹ ਗੱਲ ਜ਼ਰੂਰ ਹੋ ਕੇ ਹਟੂਗੀ ਜੇਕਰ ਤੁਸੀਂ ਉਹਨੂੰ ਹੋਣ ਤੋਂ ਰੋਕਦੇ ਨਹੀਂ। ਜੇਕਰ ਇੱਕ ਰਾਹ ਦੇ ਅਖੀਰ ਦੇ ਵਿੱਚ ਖੂਹ ਹੈ ਜਾਂ ਖੱਡ ਆ ਤੇ ਤੁਸੀਂ ਉਸ ਰਾਹ ਦੇ ਉੱਪਰ ਤੁਰੇ ਜਾਓਗੇ ਤੇ ਆਖਰੀ ਨਤੀਜਾ ਇਹੀ ਨਿਕਲਣਾ ਕਿ ਤੁਸੀਂ ਉਸ ਖੱਡ ਜਾਂ ਖੂਹ ਦੇ ਵਿੱਚ ਡਿੱਗ ਜਾਓਗੇ। ਸੋ ਆਪਾਂ ਨੂੰ ਜ਼ਰੂਰਤ ਹੈਗੀ ਹੈ ਜਿੰਨੀ ਰਫ਼ਤਾਰ ਦੇ ਨਾਲ ਅਸੀਂ ਬਰਬਾਦੀ ਵੱਲ ਨੂੰ ਵੱਧ ਰਹੇ ਹਾਂ ਉਹਨੂੰ ਹਰ ਹਾਲਤ ਦੇ ਵਿੱਚ ਠੱਲੀਏ, ਬਲਕਿ ਉਹਨੂੰ ਮੋੜ ਕੇ ਦੁਬਾਰਾ ਉਸ ਪਾਸੇ ਨੂੰ ਲਿਆਈਏ। ਇਹ ਗੱਲ ਬਿਲਕੁਲ ਸੰਭਵ ਹੈਗੀ ਆ, ਅਸੰਭਵ ਨਹੀਂ ਹੈਗੀ। ਮਸਲਾ ਸਿਰਫ ਇਹ ਹੈ ਕਿ ਕੀ ਅਸੀਂ ਪੰਜਾਬ ਨੂੰ ਬਚਾਉਣ ਦੇ ਵਾਸਤੇ ਆਪ ਦੇ ਕੋਲੋਂ, ਆਪਦੇ ਇਸ ਮਾਤਾ ਪਿਤਾ ਨੂੰ ਬਚਾਉਣ ਦੇ ਵਾਸਤੇ ਆਪ ਦੇ ਕੋਲੋਂ ਇਨਪੁਟ ਕਰਨ ਦੇ ਲਈ ਤਿਆਰ ਹੈਗੇ ਆ। ਜੇ ਹੈਗੇ ਆ ਤੇ ਇਸ ਗੱਲ ਦੇ ਵਿੱਚ ਜ਼ਰੂਰ ਕਾਮਯਾਬੀ ਜਿਹੜੀ ਆ ਉਹ ਮਿਲੂਗੀ। ਜੀ ਬਿਲਕੁਲ, ਕਿਉਂਕਿ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਔਰ ਪੰਜਾਬੀਆਂ ਦਾ ਖਾਸ ਤੌਰ ਦੇ ਉੱਤੇ, ਸਿੱਖਾਂ ਦਾ ਖਾਸ ਤੌਰ ਦੇ ਉੱਤੇ ਫਰਜ਼ ਬਣਦਾ, ਕਿਉਂਕਿ ਸਾਡੀ ਉੱਥੇ ਜੜ੍ਹ ਆ ਤੇ ਜੜ੍ਹ ਜਿਹੜੀ ਹੈਗੀ ਆ ਉਹਦਾ ਜਿੰਦਾ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ। ਚਾਹੇ ਅਸੀਂ ਇੱਥੇ ਆ ਕੇ ਜਿੰਨਾ ਮਰਜ਼ੀ ਫਲਾਹ ਕਰ ਲਈਏ, ਚਾਹੇ ਅਸੀਂ ਮਿਲੀਅਨੇਰ ਹੋ ਜਾਈਏ, ਚਾਹੇ ਅਸੀਂ ਜਿੰਨੀ ਮਰਜ਼ੀ ਤਰੱਕੀ ਕਰ ਲਈਏ, ਚਾਹੇ ਜਿੰਨੇ ਮਰਜ਼ੀ ਅਸੀਂ MP ਔਰ MPP ਦੇ ਦਈਏ ਇਹ ਅਲੱਗ-ਅਲੱਗ ਕੰਟਰੀਆਂ ਨੂੰ, ਚਾਹੇ ਜਿੰਨੀ ਮਰਜ਼ੀ ਅਸੀਂ ਤਰੱਕੀ ਕਰ ਲਈਏ, ਪਰ ਜੇ ਕਿਤੇ ਸਾਡੀ ਜੜ੍ਹ ਸੁੱਕ ਗਈ ਤੇ ਸਾਡਾ ਕਰੂੰਬਲੀਆਂ ਦਾ ਵੀ ਕੁਛ ਨਹੀਂ ਜਿਹੜਾ ਹੈ ਉਹ ਬਚਣਾ। ਸੋ ਇਸ ਕਰਕੇ ਸਾਨੂੰ ਇਹਦੇ ਵੱਲ ਖਾਸ ਤੌਰ ਦੇ ਉੱਤੇ ਧਿਆਨ ਜਿਹੜਾ ਹੈ ਉਹ ਦੇਣਾ ਪਏਗਾ। ਜਿਹੜਾ ਉਪਰਾਲਾ ਇਹਨਾਂ ਨੇ ਵਿੱਢਿਆ ਹੋਇਆ, ਔਰ ਮੈਂ ਬੇਨਤੀ ਕਰਦਾ ਕਿ ਤੁਸੀਂ ਸਿੱਖ ਸਿਆਸਤ ਦੀ ਜਿਹੜੀ ਐਪ ਹੈਗੀ ਆ ਉਹ ਵੀ ਤੁਸੀਂ ਡਾਊਨਲੋਡ ਕਰੋ। ਬਹੁਤ ਸਾਰੀਆਂ ਵੀਡੀਓ ਜਿਹੜੀਆਂ ਜਾਣਕਾਰੀ ਦੇ ਨਾਲ ਭਰਪੂਰ ਭਰੀਆਂ ਹੋਈਆਂ ਜਿਹੜੀਆਂ ਨੇ ਉੱਥੋਂ ਮਿਲਦੀਆਂ ਨੇ, ਔਰ ਹਰ ਤਰ੍ਹਾਂ ਦੀ ਉੱਥੇ ਅਪਡੇਟ ਜਿਹੜੀ ਆ ਇਹਨਾਂ ਦੇ ਫੇਸਬੁੱਕ ਪੇਜ 'ਤੇ ਵੀ ਤੁਸੀਂ ਦੇਖ ਸਕਦੇ ਹੋ, YouTube 'ਤੇ ਵੀ ਦੇਖ ਸਕਦੇ ਹੋ, ਔਰ ਉਸ ਐਪ ਨੂੰ ਡਾਊਨਲੋਡ ਕਰੋ। ਔਰ ਇਹ ਵੀ ਸਾਡਾ ਇੱਕ ਸਹਿਯੋਗ ਆ ਕਿ ਅਸੀਂ ਇਸ ਤਰ੍ਹਾਂ ਦਾ ਸਹਿਯੋਗ ਵੀ ਦੇ ਕੇ ਜਿਹੜੇ ਸਾਡੇ ਉੱਥੇ ਕਿਸਮ ਦੇ ਇਹ ਇੱਕ ਸਿਪਾਹੀ ਦੀ ਤਰ੍ਹਾਂ ਉੱਥੇ ਕੰਮ ਕਰਦੇ ਨੇ, ਆਪਣਾ ਸਮਾਂ ਜਿਹੜਾ ਹੈ ਉਹ ਲਗਾਉਂਦੇ ਨੇ, ਅਤੇ ਅਸੀਂ ਵੀ ਕੁਛ ਆਪਣਾ ਜਿਹੜਾ ਤਿਲ ਫੁੱਲ ਜਿਹੜਾ ਹੈ ਉਹ ਜ਼ਰੂਰ ਪਾ ਕੇ ਆਪਣਾ ਯੋਗਦਾਨ ਪਾ ਸਕੀਏ। ਅਤੇ ਇਹ ਸਾਡੀ ਇੱਕ ਜ਼ਿੰਮੇਵਾਰੀ ਆ, ਇਹ ਇੱਕ ਸਾਡੇ ਪੰਜਾਬ ਦੇ ਪੁੱਤ ਹੋਣ ਦੀ ਜਿਹੜੀ ਹੈ ਉਹ ਅਸਲੀ ਫਰਜ਼ ਆ ਜਿਹੜਾ ਸਾਨੂੰ ਨਿਭਾਉਣਾ ਚਾਹੀਦਾ ਹੈਗਾ। ਸੋ ਸਰਦਾਰ ਪਰਮਜੀਤ ਸਿੰਘ ਜੀ, ਤੁਹਾਡਾ ਮੈਂ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ
ਕਿ ਤੁਸੀਂ ਸਮਾਂ ਕੱਢਿਆ। ਤੁਸੀਂ ਬਹੁਤ ਜਿਹੜਾ ਹੈ ਉਹ ਤੁਹਾਡਾ ਰੁਝੇਵਾਂ ਸੀ, ਔਰ ਤੁਸੀਂ ਆਪਣਾ ਹਜ਼ੂਰ ਸਾਹਿਬ ਵੀ ਜਾ ਰਹੇ ਹੋ। ਸੋ ਮੈਨੂੰ ਪਤਾ ਨਹੀਂ ਸੀ ਕਿ ਮੈਂ ਓਨਰ ਕਹਿਣਾ ਜਾਂ ਨਹੀਂ ਕਹਿਣਾ, ਪਰ ਅਸੀਂ ਤੁਹਾਡੀ ਯਾਤਰਾ ਵਾਸਤੇ, ਤੁਹਾਡੇ ਉੱਥੇ ਜਾਣ ਵਾਸਤੇ ਅਸੀਂ ਜਿਹੜਾ ਹੈ ਉਹ ਜਿਹੜਾ ਆਪਣੀ ਤਰਫ ਤੋਂ ਜਿਹੜਾ ਸ਼ੁਭ ਕਾਮਨਾਵਾਂ ਤੁਹਾਨੂੰ ਦਿੰਦੇ ਹਾਂ। ਅਤੇ ਜਦੋਂ ਤੁਸੀਂ ਵਾਪਸ ਆਓਗੇ ਤਾਂ ਫਿਰ ਤੁਹਾਡੇ ਨਾਲ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆ ਦਰਸ਼ਕਾਂ ਨਾਲ ਸਾਂਝ ਪਾਵਾਂਗੇ। ਸੋ ਫਿਰ ਮੈਂ ਤੁਹਾਡਾ ਦਿਲ ਤੋਂ, ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਸੋ ਪ੍ਰੋਗਰਾਮ ਦਾ ਸਮਾਂ ਸਮਾਪਤੀ ਵੱਲ ਹੈ ਜੀ। ਸੋ ਫਿਰ ਫਤਿਹ ਦੇ ਨਾਲ ਆਪਾਂ ਜਿਹੜਾ ਹੈ ਪ੍ਰੋਗਰਾਮ ਦੀ ਜਿਹੜੀ ਆ ਉਹ ਸਮਾਪਤੀ ਕਰਦੇ ਹੈਗੇ ਆ। ਸੋ ਭੈ ਕਾਹੂ ਕੋ ਦੇਤ ਨਾ, ਨੈ ਪੈ ਮਾਨ ਤਾਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ।